ਸੋ ਇਸ ਕਨਵੈਨਸ਼ਨ ਦੇ ਵਿੱਚ ਤੁਸੀਂ ਅੱਜ ਪਹੁੰਚੇ ਹੋ, ਕੀ ਕਹੋਗੇ? ਇਹ ਕਾਲੇ ਕਾਨੂੰਨਾਂ ਬਾਰੇ ਹੀ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ। ਕਿਸਾਨਾਂ ਨੂੰ 9 ਮਹੀਨੇ ਬੈਠਿਆਂ ਨੂੰ ਹੋ ਗਏ ਉੱਥੇ, ਸਰਕਾਰ ਕੁਝ ਸੋਚਦੀ ਨਹੀਂ, ਅੰਨੀ ਬੋਲੀ ਹੋ ਰਹੀ ਹੈ ਸਰਕਾਰ। ਕਾਨੂੰਨ ਕਾਲੇ ਰੱਦ ਹੋਣੇ ਚਾਹੀਦੇ ਹਨ। ਸਰਕਾਰ ਲਗਾਤਾਰ ਇੱਕੋ ਗੱਲ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆ, ਕਿਸਾਨ ਗੱਲਬਾਤ ਲਈ। ਸ਼ਰਤਾਂ ਰੱਖ ਕੇ ਗੱਲਬਾਤ ਥੋੜੀ ਕਰਨੀ ਹੈ ਜੀ। ਅਸੀਂ ਬਗੈਰ ਸ਼ਰਤਾਂ ਤੋਂ ਦੱਸਿਆ ਵੀ ਸਾਨੂੰ ਕਾਨੂੰਨ ਰੱਦ ਹੈ ਜਾਂ ਨਹੀਂ ਰੱਦ ਹੈ। ਸ਼ਰਤਾਂ ਰੱਖ ਕੇ ਕਾਨੂੰਨ ਰੱਦ ਕਰਨੇ ਆ ਕਿਆ ਫਾਇਦਾ ਉਹਦਾ? ਸ਼ਰਤਾਂ ਰੱਖ ਕੇ ਬੁਲਾਉਂਦੇ ਵੀ ਜਾਂ ਕਾਨੂੰਨ ਨਹੀਂ ਰੱਦ ਕਰਦੇ। ਅਸੀਂ ਬਗੈਰ ਸ਼ਰਤਾਂ ਤੋਂ ਕਹੇ ਵੀ ਹਾਂ ਕਾਨੂੰਨ ਰੱਦ ਕਰਾਂਗੇ। ਗੱਲ ਸਰਕਾਰ ਵੱਲੋਂ ਕਹੀ ਜਾ ਰਹੀ ਹੈ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਨੇ, ਸਾਰਾ ਕੁਝ ਕਾਲਾ ਨਹੀਂ ਹੈ ਕਾਨੂੰਨਾਂ ਦੇ ਵਿੱਚ, ਕਿਸਾਨ ਜਿਹੜੇ ਉਹ ਅੜੀ ਕਰ ਰਹੇ। 11 ਮੀਟਿੰਗਾਂ ਹੋ ਗਈਆਂ। 11 ਮੀਟਿੰਗਾਂ 'ਚੋਂ ਸਾਨੂੰ ਦੱਸ ਦਿੰਦੇ ਵੀ ਇੱਕ ਵੀ ਚੀਜ਼ ਚਿੱਟੀ ਕੀ ਹੈ, ਜਦੋਂ ਕਿ ਕਿਸਾਨ 1 ਬਾਏ 1 ਇੱਕ ਲਾਈਨ ਦਾ ਉਹਨਾਂ ਨੇ ਦੱਸਤਾ ਵੀ ਇਹ ਲਾਈਨ ਕਾਲੀ ਹੈ ਤੇ ਸਰਕਾਰ ਮੰਨੀ ਵੀ ਹੈ। 11 ਮੀਟਿੰਗਾਂ 'ਚ ਇੱਕ ਲਾਈਨ ਵੀ ਸਾਨੂੰ ਦੱਸ ਦਿੰਦੇ ਕਿ ਚਿੱਟੀ ਹੈ, ਅਸੀਂ ਮੰਨ ਲੈਂਦੇ। ਜੋ ਕਿਸਾਨਾਂ ਨੇ ਵਿਪ ਜਾਰੀ ਕੀਤਾ ਸੀਗਾ ਲੋਕ ਸਭਾ ਸੈਸ਼ਨ ਦੌਰਾਨ, ਉਹਦਾ ਅਸਰ ਵੀ ਦੱਸਿਆ ਤਾਂ ਉਸ ਸਮੇਂ ਵੀ ਇੱਕ ਮੁੱਦਾ ਆਇਆ ਸੀ ਕਿ ਜਿਹੜੇ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋਏ ਨੇ, ਤਾਂ ਸਰਕਾਰ ਕਹਿੰਦੀ ਹੈ ਸਾਡੇ ਕੋਲੇ ਅੰਕੜੇ ਨਹੀਂ ਹੈ, ਸਾਨੂੰ ਨਹੀਂ ਪਤਾ ਕਿ ਕਿੰਨੇ ਅੰਦੋਲਨ 'ਚ ਕਿਸਾਨ ਸਾਰਾ 1 ਬਾਏ 1 ਜਿਹੜਾ ਇੱਕ ਅੰਕੜਾ, ਜਦੋਂ ਕੋਈ ਕਿਸਾਨ ਸ਼ਹੀਦ ਹੁੰਦਾ ਹੈ ਤਾਂ ਉਹਦਾ ਪਾਣੀਪਤ ਲਿਆਣ ਕੇ ਪੋਸਟਮਾਰਟਮ ਹੁੰਦਾ, ਉਹਦੀ 1 ਬਾਏ 1 ਜਿਹੜੀ ਰਿਪੋਰਟ ਜਿਹੜੀ ਹੈ ਉਹ ਸਰਕਾਰ ਤੱਕ ਜਾਂਦੀ ਹੈ। ਕਿਉਂ ਨਹੀਂ ਉਹਨਾਂ ਕੋਲ ਅੰਕੜਾ ਹੈਗਾ? ਜਦੋਂ ਮੀਡੀਆ ਦੱਸ ਰਿਹਾ ਕਿ ਹਾਂ 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਆ, ਤਾਂ ਕਿ ਸਰਕਾਰ ਸੁੱਤੀ ਪਈ ਹੈ? ਇੱਥੋਂ ਸਾਫ਼ ਪਤਾ ਲੱਗਦਾ ਕਿ ਸਰਕਾਰ ਜਿਹੜੀ ਹੈ ਉਹ ਕਿਸਾਨ ਨੂੰ ਇਗਨੋਰ ਕਰ ਰਹੀ ਹੈ ਤੇ ਉਹ ਕਿਸਾਨ ਨੂੰ ਇਨਸਾਨ ਹੀ ਨਹੀਂ ਗਿਣਦੀ। ਤੋਂ ਪਹਿਲਾਂ ਉਹਦੇ ਤੇ ਗੱਲ ਕਰਾਂਗੇ। ਜੋ ਸਿਆਸੀ ਸਰਗਰਮੀਆਂ ਸ਼ੁਰੂ ਹੋਈਆਂ, ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ, ਉਹਨਾਂ ਨੂੰ ਕਿਸ ਤਰ੍ਹਾਂ ਦੇ? ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਪੂਰਨ ਤੌਰ ਤੋਂ ਜਿਹੜਾ ਬਾਈਕਾਟ ਹੈ ਬੀਜੇਪੀ ਦਾ ਹੈ। ਬਾਕੀ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਅਸੀਂ ਆਪ ਦੇ ਹੱਕਾਂ ਦੇ ਪ੍ਰਤੀ ਸਵਾਲ ਤਾਂ ਕਰ ਸਕਦੇ ਹਾਂ ਨਾ। ਸਾਡੀ ਚੁਣੀਆਂ ਹੋਈਆਂ ਸਰਕਾਰਾਂ ਨੇ, ਉਹ ਸਾਡੇ ਨਾਲ 4.5 ਸਾਲ ਹੋ ਗਏ ਵਾਅਦਾ ਕੀਤਾ ਸੀਗਾ ਕਿ ਅਸੀਂ ਕਰਜ਼ਾ ਮਾਫੀ ਕਰਾਂਗੇ, ਠੀਕ ਹੈ। ਕਿਸਾਨਾਂ ਦੇ ਜਿਹੜੇ ਜਿੱਥੋਂ ਵੀ ਜੋ ਵੀ ਕਰਜ਼ਾ ਲਿੱਤਾ ਹੋਇਆ ਅਸੀਂ ਮਾਫ ਕਰਾਂਗੇ, ਉਹ ਕਿੱਥੇ ਕਿੱਥੇ ਨੇ। ਸਵਾਲ ਪੁੱਛਣਾ ਸਾਡਾ ਕਾਨੂੰਨੀ ਹੱਕ ਹੈ। ਅਸੀਂ ਵੋਟਾਂ ਦਿੱਤੀਆਂ ਨੇ, ਜਦੋਂ ਇਹ ਵੋਟਾਂ ਲੈਣ ਆਉਂਦੇ ਨੇ ਸਾਡੇ ਘਰ ਘਰ ਆਉਂਦੇ ਨੇ, ਉਹ ਤੋਂ ਬਾਅਦ 5 ਸਾਲ ਇਹ ਗੈਪ ਹੋ ਜਾਂਦੇ ਨੇ। 5 ਸਾਲਾਂ ਬਾਅਦ ਹੁਣ ਇਹ ਬਾਹਰ ਆਏ ਨੇ। ਜੇ ਤਾਂ ਡੇ ਬਾਏ ਡੇ ਸਾਡੇ ਕੋਲ ਆਉਂਦੇ ਤਾਂ ਸਵਾਲ ਐਡੇ ਨਹੀਂ ਹੋਣੇ ਸੀਗੇ। ਹੁਣ 5 ਸਾਲਾਂ ਬਾਅਦ ਆਏ ਨੇ, 5 ਸਾਲਾਂ ਦੇ ਰੁਕੇ ਸਵਾਲ ਇਕੱਠੇ ਤਾਂ ਅਸੀਂ ਪੁੱਛਾਂਗੇ। ਵਿਰੋਧ ਕਰਨ ਵਾਲੇ, ਸਵਾਲ ਪੁੱਛਣ ਵਾਲੇ ਹੈਗੇ ਕਿਸਾਨ ਹੀ ਆ, ਜੋ ਸਿਆਸੀ ਲੀਡਰ ਕਹਿ ਰਹੇ ਆ ਉਹ ਪੱਖ? ਦੇਖੋ, ਹੈ ਤਾਂ ਜਿਹੜੇ ਸਵਾਲ ਪੁੱਛਦੇ ਨੇ ਕਿਸਾਨ ਵੀ ਨੇ, ਪਰ ਆਮ ਜਨਤਾ ਵੀ ਹੈ। ਕੱਲਾ ਪੰਜਾਬ ਦੇ ਵਿੱਚ ਕੱਲਾ ਕਿਸਾਨ ਨਹੀਂ ਰਹਿੰਦਾ, ਹੋਰ ਵਰਗ ਵੀ ਬਹੁਤ ਰਹਿੰਦੇ ਨੇ, ਮਜ਼ਦੂਰ ਵਰਗ ਵੀ ਰਹਿੰਦਾ ਹੈ। ਰੋਟੀ ਖਾਣ ਵਾਲਾ ਹਰੇਕ ਵਰਗ ਆਪਦਾ ਸਵਾਲ ਪੁੱਛ ਰਿਹਾ, ਠੀਕ ਹੈ। ਉਹ ਗੱਲ ਵੱਖਰੀ ਹੈ ਕਿ ਅੱਜ ਦੀ ਡੇਟ 'ਚ ਜਿਹੜਾ ਸਾਡਾ ਕਿਸਾਨੀ ਝੰਡਾ ਬੜਾ ਪੋਪੂਲਰ ਹੋ ਗਿਆ, ਹਿੱਟ ਹੋ ਚੁੱਕਿਆ। ਹਰੇਕ ਕੋਈ ਕਿਸਾਨੀ ਝੰਡਾ ਚੱਕਦਾ ਤੇ ਵਿਰੋਧ ਕਰਨ ਲੱਗ ਜਾਂਦਾ, ਠੀਕ ਹੈ। ਅਸੀਂ ਮੰਨਦੇ ਹਾਂ ਕਿਤੇ ਕਿਤੇ ਕਿਸਾਨ ਵੀ ਹੈਗੇ ਨੇ, ਪਰ ਕਿਸਾਨਾਂ ਨਾਲੋਂ ਵੱਧ ਜਿਹੜੇ ਇਹ ਆਮ ਜਨਤਾ ਹੈ, ਆਮ ਜਨਤਾ ਦੇ ਵੀ ਸਵਾਲ ਨੇ। ਆਮ ਜਨਤਾ ਨੇ ਵੀ ਸਰਕਾਰ ਨੂੰ ਵੋਟਾਂ ਪਾਈਆਂ, ਇਕੱਲੇ ਕਿਸਾਨਾਂ ਨੇ ਵੋਟਾਂ ਨਹੀਂ ਪਾਈਆਂ। ਤੇ ਇਹ ਸਿਰਫ ਇੱਕ ਕਿਸਾਨ ਨੂੰ ਬਦਨਾਮ ਕਰਨ ਦੇ ਲਈ ਆਪਦਾ ਸਿਆਸੀ ਫੰਡਾ ਖੇਡਦੇ ਨੇ, ਹੋਰ ਕੁਝ ਨਹੀਂ ਹੈਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਨੂੰ ਕਹਿ ਰਹੇ ਨੇ ਕਿ ਅਸੀਂ ਕਿਸਾਨ ਹਿਤੈਸ਼ੀ ਆ, ਕਿਸਾਨਾਂ ਦੇ ਨਾਲ ਖੜੇ ਸੀ, ਕਿਸਾਨਾਂ ਦੇ ਨਾਲ ਜਿਹੜੇ ਉਹ ਖੜੇ ਰਹਾਂਗੇ। ਉਹ ਕੈਪਟਨ ਅਮਰਿੰਦਰ ਸਿੰਘ ਕਿੱਧਰ ਦੇ ਸਿਆਸੀ ਹੈ ਕਿਸਾਨਾਂ ਦਾ? ਦੱਸੋ ਪਹਿਲਾਂ। ਇਹਦੇ ਨੇ 13-14 ਵਾਅਦੇ ਕਰੇ ਪਬਲਿਕ ਨਾਲ, ਝੂਠ ਬੋਲ ਕੇ ਰਾਜ ਬਣਾਇਆ, ਵਾਅਦਾ ਇੱਕ ਵੀ ਪੂਰਾ ਨਹੀਂ ਕਰਿਆ। ਕਿੱਧਰ ਦੇ ਸਿਆਸੀਆਂ ਦੱਸੋ? ਸਰਕਾਰਾਂ ਤਾਂ ਝੂਠ ਬੋਲ ਕੇ ਰਾਜ ਕਰਦੀਆਂ ਨੇ। ਮੋਦੀ ਨੇ ਵੀ ਸਾਡੇ ਨਾਲ ਵਾਅਦਾ ਕਰਿਆ ਤਾ, ਰਾਜਨਾਥ ਸਿੰਘ ਨੇ ਵੀ ਸਾਡੀ ਸਰਕਾਰ ਬਣਾਓ, ਅਸੀਂ ਤੁਹਾਡੀ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਲਾਗੂ ਕरेंगे। ਜੇ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ, ਕਿਸਾਨ ਇੱਥੇ ਸੜਕਾਂ 'ਤੇ ਨਾ ਰੁਲਦਾ। ਮੋਦੀ ਸਰਕਾਰ ਬੇਸ਼ੱਕ ਅਦਾਲਤ ਦੇ ਵਿੱਚ ਕਹਿੰਦੀ ਹੈ ਕਿ C2 ਦੇ ਫਾਰਮੂਲੇ ਨਾਲ ਲਾਗੂ ਨਹੀਂ ਹੋ ਸਕਦੀ ਸਵਾਮੀਨਾਥਨ ਰਿਪੋਰਟ, ਪਰ ਨਾਲੋਂ ਨਾਲ ਉਹ ਦਾਅਵਾ ਕਰਦੇ ਆ ਕਿ ਅਸੀਂ ਤਾਂ ਕਿਸਾਨ ਨਿਧੀ ਯੋਜਨਾ ਚਲਾਈ, 2-2 ਹਜ਼ਾਰ ਰੁਪਈਆ ਵੀ ਦਿੱਤਾ, ਸਬਸਿਡੀ ਖਾਦ ਤੇ ਜਾਰੀ ਰੱਖੀ, ਤੇ ਸਵਾਮੀਨਾਥਨ ਰਿਪੋਰਟ ਤਾਂ ਅਸੀਂ ਲਾਗੂ ਕਰਤੀ। ਸਾਡੀ ਸਰਕਾਰ ਦੇ ਵਿੱਚ ਤਾਂ ਰਿਕਾਰਡ ਤੋੜ ਭਾਅ ਵਧੇ ਨੇ। ਉਹ ਕਹਿੰਦੇ ਦੇਖੋ ਜੀ, 80,000 ਕਿਸਾਨ ਹੈ, 80 ਕਰੋੜ ਕਿਸਾਨ ਦੇਸ਼ ਦੇ ਵਿੱਚ ਹੈ। 9,000 ਕਿਸਾਨ ਨੂੰ ਇਹ 2,000 ਰੁਪਇਆ ਲਾਇਆ ਇਹਨੇ ਸਾਰੇ ਦੇਸ਼ 'ਚ। ਕਿੱਧਰ ਦੇ ਕਿਸਾਨ ਅਸੈਸੀ ਹੈ ਦੱਸੋ ਮੈਨੂੰ? ਕੋਈ ਇਹਦਾ ਕੋਈ ਜਿਹੜਾ ਮਸਲਾ ਸਾਰਾ ਝੂਠ ਹੈ। 9,000 ਕਿੱਥੇ? 80 ਕਰੋੜ 80 ਕਰੋੜ ਕਿਸਾਨ ਹੈ ਜਿਹੜਾ ਦੇਸ਼ ਦੇ ਵਿੱਚ, ਜਿਹੜਾ ਖੇਤੀ ਨਾਲ ਸੰਬੰਧਿਤ ਹੈ। 11 ਮੀਟਿੰਗਾਂ ਜੇ ਪਹਿਲਾਂ ਤਾਂ ਸਭ ਤੋਂ ਗੱਲ ਪਹਿਲਾਂ ਮੰਡੀਆਂ ਦੀ ਹੋਈ ਹੈ। ਜੇ ਮੰਡੀ ਖਤਮ ਹੋ ਗਈ ਤਾਂ
ਖੁੱਲ੍ਹ ਹੋ ਗਈ ਵਪਾਰੀ ਨੂੰ। ਜਿੰਨਾ ਚਿਰ ਮੰਡੀ ਹੈ ਤਾਂ ਐਮਐਸਪੀ ਕਾਇਮ ਹੈ। ਜੇ ਮੰਡੀਓ ਖਤਮ ਹੋ ਗਈ, ਐਮਐਸਪੀ ਖਤਮ ਹੋ ਗਈ, ਤਾਂ ਖਤਮ ਹੋ ਗਈ, ਫਿਰ ਕੌਣ ਆਵੇਗਾ ਉੱਥੇ? ਸਰਕਾਰੀ ਸਕੂਲ ਹੁੰਦੇ ਸੀਗੇ ਹੁਣ ਹੈ ਨਹੀਂ, ਬੜੇ ਘੱਟ ਨੇ। ਪ੍ਰਾਈਵੇਟ ਸਕੂਲ ਆਏ, ਪ੍ਰਾਈਵੇਟ ਸਕੂਲਾਂ ਨੇ ਬੜੀ ਫੈਸਿਲਿਟੀਆਂ ਦਿੱਤੀਆਂ ਜੀ, ਸਾਨੂੰ ਬੜਾ ਸਮਾਰਟ ਬਣਾਇਆ, ਇੰਗਲਿਸ਼ ਸਿਖਾਵਾਂਗੇ ਜੀ, ਇਹ ਕਰਾਂਗੇ। ਉਸ ਤੋਂ ਬਾਅਦ ਅੱਜ ਤੁਸੀਂ ਪ੍ਰਾਈਵੇਟ ਸਕੂਲਾਂ ਦਾ ਹਾਲ ਦੇਖ ਲਓ, ਲੱਖ ਰੁਪਏ ਤੋਂ ਘੱਟ ਬੱਚੇ ਦੀ ਨਰਸਰੀ ਨਹੀਂ ਹੁੰਦੀ ਹੈਗੀ। ਸਿਆਸੀ ਪਾਰਟੀਆਂ ਵੱਲੋਂ ਵਾਅਦੇ ਕੀਤੇ ਜਾ ਰਹੇ ਆ। ਹੁਣ ਕੋਈ 10 ਰੁਪਏ ਸਸਤਾ ਡੀਜ਼ਲ ਦੇਣ ਦੀ ਗੱਲ ਕਰਦਾ ਹੈ, ਕੋਈ 300 ਯੂਨਿਟ ਮਾਫ ਕਰਨ ਦੀ, ਕੋਈ 400 ਯੂਨਿਟ ਮਾਫ ਕਰਨ ਦੀ, ਕਿਸਾਨਾਂ ਦੀ ਕਿਸਮਤ ਬਦਲਣ ਦੀ ਗੱਲ ਕਰਦੇ ਆ। ਪੰਜਾਬ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ। ਇਹਨਾਂ ਵਾਅਦਿਆਂ ਨੂੰ ਕਿਸ ਤਰ੍ਹਾਂ ਦੇਖਦੇ? ਵਾਅਦੇ ਝੂਠੇ ਆ ਜੀ, ਇਹ ਕੋਈ ਵਾਅਦਾ ਪੂਰਾ ਨਹੀਂ ਕਰਦੇ। ਨਾ ਕਿ ਹੇਠਾਂ ਦੇਖੇ ਵੀ ਹਾਂ ਕਿਆ ਬਣ ਰਿਹਾ, ਕਿਸਾਨਾਂ ਗੱਲ ਕਿਆ ਬੀਤ ਰਹੀ ਹੈ। 10 ਰੁਪਏ ਦਾ ਡੀਜ਼ਲ ਸਾਡਾ 6 ਮਹੀਨੇ 'ਚ ਵੱਧ ਗਿਆ, ਇਹ ਤਾਂ ਦੇਖਦੇ ਹੀ ਨਹੀਂ। ਹੁਣ 5 ਸਾਲ ਬਾਅਦ ਗੰਨੇ ਦਾ ਰੇਟ ਵਧਾਇਆ, 17 ਰੁਪਏ ਸਾਲ ਦਾ ਰੇਟ ਵਧਿਆ, ਲੇਬਰ ਵੱਧ ਗਈ ਸਾਡੀ 3 ਹਿੱਸੇ ਜ਼ਿਆਦਾ ਗੰਨੇ ਕੀ। ਇਹ ਤਾਂ ਕਿਸਾਨਾਂ ਨੂੰ ਵੈਸੇ ਹੀ ਗਮਰਾਹ ਕਰੀ ਹਾਂ ਵੀ ਹਾਂ ਗੰਨੇ ਦਾ ਅਸੀਂ ਰੇਟ ਵਧਾ ਦਿਆ, ਉਹ ਕਰਦੇ ਉਹ ਕਰਦੇ ਆ। ਡੀਜ਼ਲ 6 ਮਹੀਨੇ 'ਚ 15 ਰੁਪਏ ਲੀਟਰ ਵੱਧ ਗਿਆ ਜੀ। ਦੱਸੋ ਕਿਹੜਾ ਰੇਟ ਲੋਲੀਪੋਪ ਦੇ ਰਹੇ ਨੇ? ਤਾਂ ਇੱਕ ਵੀ ਹਾਂ ਕਿਸਾਨ ਗਮਰਾਹ ਕਰਕੇ ਛੱਡਦੇ ਨੇ ਇਹਨਾਂ ਨੇ। ਕਿਸਾਨੀ ਸੰਘਰਸ਼ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ, ਜਿਹਦਾ ਮੁੱਖ ਮੰਗ ਜੋ ਹੈ ਉਹ 3 ਖੇਤੀ ਕਾਨੂੰਨ ਜੋ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸੀ ਉਹਨਾਂ ਨੂੰ ਰੱਦ ਕਰਵਾਉਣਾ ਹੈ ਤੇ ਨਾਲੋਂ ਨਾਲ ਫਸਲਾਂ ਤੇ ਐਮਐਸਪੀ ਲੈਣੀ ਆ। ਤੇ ਇਸ ਨੂੰ ਲੈ ਕੇ ਨੈਸ਼ਨਲ ਕਨਵੈਨਸ਼ਨ ਦਿੱਲੀ ਵਿਖੇ ਵੀ ਚੱਲ ਰਹੀ ਹੈ। ਨਾਲੋਂ ਨਾਲ ਉਸ ਨੈਸ਼ਨਲ ਕਨਵੈਨਸ਼ਨ ਦਾ ਅਸਰ ਜਿਹੜਾ ਹੈ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦਿਖਾਈ ਦੇ ਰਿਹਾ, ਜਿੱਥੇ ਕਿ ਸੰਮੇਲਨ ਕੀਤੇ ਜਾ ਰਹੇ ਨੇ, ਕਿਸਾਨ ਲੀਡਰ ਪਹੁੰਚ ਰਹੇ ਨੇ ਅਤੇ तमाम ਬੁਲਾਰਿਆਂ ਵੱਲੋਂ ਆਪਣੇ ਵਿਚਾਰ ਜਿਹੜੇ ਉਹ ਰੱਖੇ ਜਾ ਰਹੇ ਨੇ, ਜਿੱਥੇ ਕਿ ਲੋਕਾਂ ਨੂੰ ਲਾਮਬੰਦ ਹੋਣ ਦਾ ਮਸਲਾ, ਨਾਲੋਂ ਨਾਲ ਜੋ ਸਿਆਸੀ ਰਣਨੀਤੀ ਲੈ ਕੇ ਚੱਲ ਰਹੀ ਹੈ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ, ਉਸ ਨੂੰ ਲੈ ਕੇ ਇੱਕ ਸੁਨੇਹਾ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਜੋ ਹਾਈਵੇਜ਼ ਪੰਜਾਬ ਦੇ ਵਿੱਚੋਂ ਨਿਕਲ ਰਹੇ ਨੇ ਉਹਦਾ ਵੀ ਇੱਕ ਮਸਲਾ ਹੈਗਾ। ਤਾਂ तमाम ਚੀਜ਼ਾਂ ਨੂੰ ਲੈ ਕੇ ਸੰਘਰਸ਼ ਕਿਸਾਨਾਂ ਦਾ ਚੱਲ ਰਿਹਾ, ਵਿਚਾਰਾਂ ਇੱਥੇ ਰੱਖੀਆਂ ਜਾ ਰਹੀਆਂ ਨੇ ਤੇ ਕਿਸਾਨ ਕੁਝ ਸਾਡੇ ਨਾਲ ਵੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹ तमाम ਮਸਲਿਆਂ ਨੂੰ ਲੈ ਕੇ ਕਰਾਂਗੇ। ਸੋ ਇਸ ਕਨਵੈਨਸ਼ਨ ਦੇ ਵਿੱਚ ਤੁਸੀਂ ਅੱਜ ਪਹੁੰਚੇ ਹੋ, ਕੀ ਕਹੋਗੇ? ਇਹ ਕਾਲੇ ਕਾਨੂੰਨਾਂ ਬਾਰੇ ਜੀ, ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ। ਕਿਸਾਨਾਂ ਨੂੰ 9 ਮਹੀਨੇ ਬੈਠਿਆਂ ਨੂੰ ਹੋ ਗਏ ਉੱਥੇ, ਸਰਕਾਰ ਕੁਝ ਸੋਚਦੀ ਨਹੀਂ, ਅੰਨੀ ਬੋਲੀ ਹੋ ਰਹੀ ਹੈ ਸਰਕਾਰ। ਕਾਨੂੰਨ ਕਾਲੇ ਰੱਦ ਹੋਣੇ ਚਾਹੀਦੇ ਆ। ਪਰ ਸਰਕਾਰ ਲਗਾਤਾਰ ਇੱਕੋ ਗੱਲ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਦੇ ਲਈ ਤਿਆਰ ਆ, ਕਿਸਾਨ ਗੱਲਬਾਤ ਲਈ ਅੱਗੇ। ਸ਼ਰਤਾਂ ਰੱਖ ਕੇ ਗੱਲਬਾਤ ਥੋੜੀ ਕਰਨੀ ਹੈ ਜੀ, ਅਸੀਂ ਬਗੈਰ ਸ਼ਰਤਾਂ ਤੋਂ ਦੱਸਿਆ ਵੀ ਸਾਨੂੰ ਕਾਨੂੰਨ ਰੱਦ ਹੈ ਜਾਂ ਨਹੀਂ ਰੱਦ ਹੈ। ਸ਼ਰਤਾਂ ਰੱਖ ਕੇ ਕਾਨੂੰਨ ਰੱਦ ਕਰਨੇ ਆ ਕਿਆ ਫਾਇਦਾ? ਉਹ ਤਾਂ ਸ਼ਰਤਾਂ ਰੱਖ ਕੇ ਬੁਲਾਉਂਦੇ ਵੀ ਹਾਂ ਕਾਨੂੰਨ ਨਹੀਂ ਰੱਦ ਕਰਦੇ, ਅਸੀਂ ਬਗੈਰ ਸ਼ਰਤਾਂ ਤੋਂ ਕਹੇ ਵੀ ਹਾਂ ਕਾਨੂੰਨ ਰੱਦ ਕਰਾਂਗੇ। ਪਰ ਨਾਲੋਂ ਨਾਲ ਜਿਹੜੀ ਗੱਲ ਸਰਕਾਰ ਵੱਲੋਂ ਕਹੀ ਜਾ ਰਹੀ ਹੈ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਨੇ, ਸਾਰਾ ਕੁਝ ਕਾਲਾ ਨਹੀਂ ਹੈ ਕਾਨੂੰਨਾਂ ਦੇ ਵਿੱਚ, ਕਿਸਾਨ ਜਿਹੜੇ ਉਹ ਅੜੀ ਕਰ ਰਹੇ। 11 ਮੀਟਿੰਗਾਂ ਹੋ ਗਈਆਂ, 11 ਮੀਟਿੰਗਾਂ 'ਚੋਂ ਸਾਨੂੰ ਦੱਸ ਦਿੰਦੇ ਵੀ ਇੱਕ ਵੀ ਚੀਜ਼ ਚਿੱਟੀ ਕੀ ਹੈ, ਜਦੋਂ ਕਿ ਕਿਸਾਨ 1 ਬਾਏ 1 ਇੱਕ ਲਾਈਨ ਦਾ ਉਹਨਾਂ ਨੇ ਦੱਸਤਾ ਵੀ ਇਹ ਲਾਈਨ ਕਾਲੀ ਹੈ ਤੇ ਸਰਕਾਰ ਮੰਨੀ ਵੀ ਹੈ। 11 ਮੀਟਿੰਗਾਂ 'ਚ ਇੱਕ ਲਾਈਨ ਵੀ ਸਾਨੂੰ ਦੱਸ ਦਿੰਦੇ ਕਿ ਚਿੱਟੀ ਹੈ, ਅਸੀਂ ਮੰਨ ਲੈਂਦੇ। ਠੀਕ ਹੈ, ਸਰਕਾਰ ਦੀਆਂ ਕੁਝੀਆਂ ਚਾਲਾਂ ਨੇ ਬਹੁਤ ਲੰਬੇ ਸਮੇਂ ਤੋਂ ਕਰਦੀ ਆ ਰਹੀ ਹੈ। ਇਹ ਸਰਕਾਰ ਜਿਹੜੀ ਹੈ ਕਿਸਾਨਾਂ ਨੂੰ ਇਗਨੋਰ ਕਰਦੀ ਆ ਰਹੀ ਹੈ। ਕਿਸਾਨ ਵੀ ਗੱਲ ਲਈ ਤਿਆਰ ਨੇ, ਪਰ ਪ੍ਰਪੋਜ਼ਲ ਸਾਡੀ ਆਹੀ ਹੈ ਕਿ 3 ਕਾਲੇ ਕਾਨੂੰਨ ਰੱਦ ਕੀਤੇ ਜਾਣ ਤੇ ਐਮਐਸਪੀ ਕਾਨੂੰਨ ਗਰੰਟਡ ਕੀਤਾ ਜਾਵੇ। ਜੋ ਕਿਸਾਨਾਂ ਨੇ ਵਿਪ ਜਾਰੀ ਕੀਤਾ ਸੀਗਾ ਲੋਕ ਸਭਾ ਸੈਸ਼ਨ ਦੌਰਾਨ, ਉਹਦਾ ਅਸਰ ਵੀ ਦੱਸਿਆ ਤਾਂ ਉਸ ਸਮੇਂ ਵੀ ਇੱਕ ਮੁੱਦਾ ਆਇਆ ਸੀ ਕਿ ਜਿਹੜੇ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋਏ ਨੇ, ਤਾਂ ਸਰਕਾਰ ਕਹਿੰਦੀ ਹੈ ਸਾਡੇ ਕੋਲੇ ਅੰਕੜੇ ਨਹੀਂ ਹੈ, ਸਾਨੂੰ ਨਹੀਂ ਪਤਾ ਕਿ ਕਿੰਨੇ ਅੰਦੋਲਨ 'ਚ ਕਿਸਾਨ ਸ਼ਹੀਦ ਹੋਏ। ਸਾਰਾ 1 ਬਾਏ 1 ਜਿਹੜਾ ਇੱਕ ਅੰਕੜਾ, ਜਦੋਂ ਕੋਈ ਕਿਸਾਨ ਸ਼ਹੀਦ ਹੁੰਦਾ ਹੈ ਤਾਂ ਉਹਦਾ ਪਾਣੀਪਤ ਲਿਆਣ ਕੇ ਪੋਸਟਮਾਰਟਮ ਹੁੰਦਾ, ਉਹਦੀ 1 ਬਾਏ 1 ਜਿਹੜੀ ਰਿਪੋਰਟ ਜਿਹੜੀ ਹੈ ਉਹ ਸਰਕਾਰ ਤੱਕ ਜਾਂਦੀ ਹੈ। ਕਿਉਂ ਨਹੀਂ ਉਹਨਾਂ ਕੋਲ ਅੰਕੜਾ ਹੈਗਾ? ਜਦੋਂ ਮੀਡੀਆ ਦੱਸ ਰਿਹਾ ਕਿ ਹਾਂ 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਆ, ਤਾਂ ਕਿ ਸਰਕਾਰ ਸੁੱਤੀ ਪਈ ਹੈ? ਇੱਥੋਂ ਸਾਫ਼ ਪਤਾ ਲੱਗਦਾ ਕਿ ਸਰਕਾਰ ਜਿਹੜੀ ਹੈ ਉਹ ਕਿਸਾਨ ਨੂੰ ਇਗਨੋਰ ਕਰ ਰਹੀ ਹੈ ਤੇ ਉਹ ਕਿਸਾਨ ਨੂੰ ਇਨਸਾਨ ਹੀ ਨਹੀਂ ਗਿਣਦੀ। ਉਹ ਸੋਚਦੀ ਨਹੀਂ ਹੈਗੀ ਕਿ ਇਨਸਾਨ ਨੇ। ਉਹ ਤਾਂ ਸਾਨੂੰ ਪਹਿਲਾਂ ਹੀ ਅੱਤਵਾਦੀ ਕਹਿ ਚੁੱਕੇ ਨੇ, ਵੱਖਵਾਦੀ ਕਹਿ ਚੁੱਕੇ ਨੇ। ਉਹ ਸਾਨੂੰ ਕਿੱਥੇ ਸ਼ਹੀਦਾਂ ਦੇ ਵਿੱਚ ਅੰਕੜੇ 'ਚ ਗਿਣ ਲੈਣਗੇ? ਇਹ ਤਾਂ ਸੁੱਤੇ ਪਏ ਨੇ। ਤਾਂ ਅੰਬਾਨੀ ਡਾਨੀ ਦਾ ਕੋਈ ਬੱਚਾ ਜੰਮਿਆ ਉਹਨੂੰ ਵਧਾਈਆਂ ਦੇਣ ਜੋਗੇ ਨੇ। ਇਹ ਕਿਸਾਨਾਂ ਨੂੰ, ਸ਼ਹੀਦਾਂ ਨੂੰ ਕੋਈ ਉਹ ਨਹੀਂ ਕਰਨ ਲੱਗੇ। ਇਹ ਤਾਂ ਸਾਡੇ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਭੁੱਲ ਗਏ। ਅਸੀਂ ਤਾਂ ਫਿਰ ਵੀ ਇੱਕ ਆਮ ਇਨਸਾਨ ਆ। ਸ਼ਹੀਦ ਭਗਤ ਸਿੰਘ ਵਰਗੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਆਜ਼ਾਦੀਆਂ ਲੜੀਆਂ ਨੇ, ਇਹ ਤਾਂ ਉਹਨਾਂ ਨੂੰ ਭੁੱਲ ਗਏ ਨੇ। ਅਸੀਂ ਤਾਂ ਫਿਰ ਵੀ ਆਮ ਇਨਸਾਨ ਆ। ਸਾਨੂੰ ਭੁੱਲਣਾ ਤਾਂ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈਗੀ। ਇੱਕ ਜਦੋਂ 11 ਦੌਰ ਦੀ ਮੀਟਿੰਗ ਹੋਈ ਹੈ ਕਿਸਾਨਾਂ ਦੇ ਨਾਲ, ਤਾਂ ਉਸ ਮੀਟਿੰਗ ਦੌਰਾਨ 2 ਮੰਗਾਂ ਜਿਹੜੀਆਂ ਸੀ, ਇੱਕ ਬਿਜਲੀ ਸੋਧ ਬਿੱਲ ਦੀ ਗੱਲਬਾਤ ਸੀ, ਇੱਕ ਪਰਾਲੀ ਵਾਲਾ ਇਸ਼ੂ ਸੀਗਾ। ਤਾਂ ਬਿਜਲੀ ਸੋਧ ਬਿੱਲ ਇਸ ਵਾਰ ਸੰਸਦ ਦੇ ਸੈਸ਼ਨ 'ਚ ਆਉਣਾ ਸੀ, ਪਰ ਰੌਲਾ ਰੱਪਾ ਹੁੰਦਿਆਂ ਹੋਇਆ ਨਹੀਂ ਲਿਆਂਦਾ ਗਿਆ। ਤਾਂ ਤੁਹਾਨੂੰ ਲੱਗਦਾ ਕਿ ਸਰਕਾਰ ਉਹਦੇ ਤੋਂ ਵੀ ਵਾਪਸ ਜਾ ਰਹੀ ਹੈ?
ਬਿਲਕੁਲ ਸਰਕਾਰ ਦੇਖੋ, ਜਦੋਂ ਸੋਧ ਬਿੱਲ ਦਾ ਜਦੋਂ ਆਪਣਾ 11 ਮੀਟਿੰਗਾਂ ਹੋਈਆਂ ਉਹਨਾਂ ਦੇ ਵਿੱਚ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿਸਾਨਾਂ ਦੇ ਨਾਲ ਕਿ ਅਸੀਂ ਜਿਹੜਾ ਇਹ ਸੋਧ ਬਿੱਲ ਹੈ ਇਹਦੇ ਵਿੱਚ ਕਿਸਾਨਾਂ ਨੂੰ ਨਹੀਂ ਪਾਇਆ ਜਾਊਗਾ। ਫਿਰ ਦੁਬਾਰਾ ਸੈਸ਼ਨ ਜਦੋਂ ਸ਼ੁਰੂ ਹੁੰਦਾ ਤਾਂ ਉਹ ਬਿੱਲ ਨੂੰ ਫਿਰ ਜ਼ਿਕਰ ਕੀਤਾ ਜਾਂਦਾ, ਵਿੱਚ ਲੈ ਕੇ ਆਇਆ ਜਾਂਦਾ। ਕਿਤੇ ਨਾ ਕਿਤੇ ਸਰਕਾਰ ਆਪਣੀ ਜ਼ੁਬਾਨ ਤੋਂ ਮੁੱਕਰਦੀ ਹੈ। ਇਹ ਐਦਾਂ ਹੀ ਪਿੱਛੇ ਐਮਐਸਪੀ ਤੋਂ ਮੁੱਕਰ ਰਹੀ ਹੈ। ਇਹ ਕਹਿੰਦੀ ਜੀ ਅਸੀਂ ਤਾਂ ਐਮਐਸਪੀ ਹੈ ਜਾਂ ਪਰ ਮਿਲੇ ਤਾਂ ਸਹੀ ਨਾ ਸਾਨੂੰ। ਜਦ ਮਿਲੂਗੇ ਅਸੀਂ ਤਾਂ ਜਦ ਮੰਨਾਂਗੇ ਨਾ। ਹੈ ਹੁਣ ਅਸੀਂ ਕੀ ਕਰਾਂਗੇ? ਇੱਥੋਂ ਸਰਕਾਰ ਦੀਆਂ ਕੁਝੀਆਂ ਚਾਲਾਂ ਨੇ, ਇਹ ਸਰਕਾਰ ਨੂੰ ਸੋਚਣਾ ਪਊਗਾ। ਅਸੀਂ ਤਾਂ ਬੈਠੇ ਹਾਂ, ਡਟੇ ਹੋਏ ਬੈਠੇ ਹਾਂ, ਕੋਈ ਗੱਲ ਨਹੀਂ। 2024 ਤੱਕ ਅਸੀਂ ਬੈਠੇ ਹਾਂ, ਕੋਈ ਦਿੱਕਤ ਨਹੀਂ ਹੈਗੀ। ਜਦੋਂ ਤੱਕ ਸਾਡੇ ਬਿੱਲ ਵਾਪਸ ਨਹੀਂ ਹੁੰਦੇ ਅਸੀਂ ਇੱਦਾਂ ਹੀ ਆਪਣਾ ਸੰਘਰਸ਼ ਜਾਰੀ ਰੱਖਾਂਗੇ ਤੇ ਲੜਦੇ ਰਹਾਂਗੇ। ਕੁਝ ਪਿੰਡਾਂ ਦੇ ਵਿੱਚ ਜਿਹੜਾ ਹੈ ਉਹ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਦਾ ਘਿਰਾਓ ਕੀਤਾ ਜਾ ਰਿਹਾ, ਕਿਉਂਕਿ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਉਹ ਸਿਰ ਤੇ ਨੇ ਤੇ ਸਮੇਂ ਤੋਂ ਪਹਿਲਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਜਿਹੜੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ, ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਤੇ ਹਰ ਕੋਈ ਕਹਿ ਰਿਹਾ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ। ਤੇ ਸਿਆਸੀ ਪਾਰਟੀਆਂ ਨੂੰ ਲੱਗ ਵੀ ਰਿਹਾ ਹੈ ਕਿ ਇਸ ਵਾਰ ਸਰਕਾਰ ਜਿਹੜੀ ਹੈ ਉਹ ਸਿੰਘੂ ਤੇ ਟਿੱਕਰੀ ਬਾਰਡਰ ਥਾਣੀ ਨਿਕਲਣੀ ਹੈ। ਉਹ ਜੇ ਕਿਸਾਨਾਂ ਦੀ ਗੱਲ ਨਹੀਂ ਕਰਾਂਗੇ ਤਾਂ ਪਿੰਡਾਂ ਦੇ ਵਿੱਚ ਵੋਟ ਨਹੀਂ ਪੈਣੀ। ਤਾਂ ਜਿਹੜੀ ਉਹਨਾਂ ਦੀ ਬਿਆਨਬਾਜ਼ੀ ਹੈ, ਸਭ ਤੋਂ ਪਹਿਲਾਂ ਉਹਦੇ ਤੇ ਗੱਲ ਕਰਾਂਗੇ। ਜੋ ਸਿਆਸੀ ਸਰਗਰਮੀਆਂ ਸ਼ੁਰੂ ਹੋਈਆਂ, ਇੱਕ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ, ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ? ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਪੂਰਨ ਤੌਰ ਤੋਂ ਜਿਹੜਾ ਬਾਈਕਾਟ ਹੈ ਬੀਜੇਪੀ ਦਾ ਹੈ। ਤੇ ਬਾਕੀ ਜਿਹੜੀ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਅਸੀਂ ਆਪ ਦੇ ਹੱਕਾਂ ਦੇ ਪ੍ਰਤੀ ਸਵਾਲ ਤਾਂ ਕਰ ਸਕਦੇ ਹਾਂ ਨਾ। ਸਾਡੀ ਚੁਣੀਆਂ ਹੋਈਆਂ ਸਰਕਾਰਾਂ ਨੇ, ਉਹ ਸਾਡੇ ਨਾਲ 4.5 ਸਾਲ ਹੋ ਗਏ ਵਾਅਦਾ ਕੀਤਾ ਸੀਗਾ ਕਿ ਅਸੀਂ ਕਰਜ਼ਾ ਮਾਫੀ ਕਰਾਂਗੇ। ਠੀਕ ਹੈ, ਕਿਸਾਨਾਂ ਦੇ ਜਿਹੜੇ ਜਿੱਥੋਂ ਵੀ ਜੋ ਵੀ ਕਰਜ਼ਾ ਲਿੱਤਾ ਹੋਇਆ ਅਸੀਂ ਮਾਫ ਕਰਾਂਗੇ। ਉਹ ਕਿੱਥੇ ਨੇ? ਜਦੋਂ ਹੁਣ ਅਸੀਂ ਕੁਐਸਚਨ ਪੁੱਛਦੇ ਆ ਤਾਂ ਇਹ ਐਮਐਲਏ ਆ ਜਿਹੜੇ ਗੱਲ ਨੂੰ ਵਧਾ ਦਿੰਦੇ ਨੇ ਜੀ ਸਾਡਾ ਤਾਂ ਵਿਰੋਧ ਕੀਤਾ। ਵਿਰੋਧ ਨਹੀਂ ਕੀਤਾ, ਉਹ ਉਹਨਾਂ ਨੂੰ ਰੋਕ ਕੇ ਅਸੀਂ ਸਵਾਲ ਪੁੱਛੇ ਨੇ। ਹੁਣ ਤੁਸੀਂ ਮੈਨੂੰ ਸਵਾਲ ਪੁੱਛ ਰਹੇ, ਕੋਈ ਵਿਰੋਧ ਥੋੜਾ ਹੋ ਗਿਆ। ਇਹ ਵਿਰੋਧ ਨਹੀਂ ਹੈਗਾ। ਵਿਰੋਧ ਬੀਜੇਪੀ ਦਾ ਹੈ, ਜਿਨ੍ਹਾਂ ਨੂੰ ਡੰਡੇ ਲੈ ਕੇ ਲੋਕ ਪਿੰਡਾਂ 'ਚੋਂ ਭਜਾਉਂਦੇ ਨੇ। ਜਦੋਂ ਜਿੱਥੇ ਸੁਖਬੀਰ ਬਾਦਲ ਜਾਂਦਾ ਜਾਂ ਕੋਈ ਹੋਰ ਸਿਆਸੀ ਪਾਰਟੀ ਦਾ ਆਗੂ ਜਾਂਦਾ ਹੈ, ਉੱਥੇ ਰੋਕ ਕੇ ਜੇ ਸਵਾਲ ਪੁੱਛਣ, ਉਹ ਵਿਰੋਧ ਨਹੀਂ ਹੈਗਾ। ਇਹ ਲੋਕ ਸਿਰਫ ਕਿਸਾਨ ਨੂੰ ਬਦਨਾਮ ਕਰਨ ਦੇ ਲਈ ਉਸ ਚੀਜ਼ ਨੂੰ ਵਿਰੋਧ ਦਾ ਰੂਪ ਦੇ ਦਿੰਦੇ ਨੇ, ਜਦੋਂ ਕਿ ਵਿਰੋਧ ਨਹੀਂ। ਸਵਾਲ ਪੁੱਛਣਾ ਸਾਡਾ ਕਾਨੂੰਨੀ ਹੱਕ ਹੈ। ਅਸੀਂ ਵੋਟਾਂ ਦਿੱਤੀਆਂ ਨੇ। ਜਦੋਂ ਇਹ ਵੋਟਾਂ ਲੈਣ ਆਉਂਦੇ ਨੇ, ਸਾਡੇ ਘਰ ਆਉਂਦੇ ਨੇ। ਉਹ ਤੋਂ ਬਾਅਦ 5 ਸਾਲ ਇਹ ਗੈਪ ਹੋ ਜਾਂਦੇ ਨੇ। 5 ਸਾਲਾਂ ਬਾਅਦ ਹੁਣ ਇਹ ਬਾਹਰ ਆਏ ਨੇ। ਜੇ ਤਾਂ ਡੇ ਬਾਈ ਡੇ ਸਾਡੇ ਕੋਲ ਆਉਂਦੇ ਤਾਂ ਸਵਾਲ ਐਡੇ ਨਹੀਂ ਹੋਣੇ ਸੀਗੇ। ਹੁਣ 5 ਸਾਲਾਂ ਬਾਅਦ ਆਏ ਨੇ, 5 ਸਾਲਾਂ ਦੇ ਰੁਕੇ ਹੋਏ ਸਵਾਲ ਇਕੱਠੇ ਤਾਂ ਅਸੀਂ ਪੁੱਛਾਂਗੇ। ਪਰ ਜਦੋਂ ਰੋਕਿਆ ਜਾਂਦਾ ਹੈਗਾ, ਸਵਾਲ ਪੁੱਛੇ ਜਾਂਦੇ ਨੇ, ਤਾਂ ਸਿਆਸੀ ਲੀਡਰ ਇਹ ਕਹਿੰਦੇ ਨੇ ਕਿ ਇਹ ਨਕਲੀ ਕਿਸਾਨ ਨੇ। ਕਾਂਗਰਸ ਵਾਲੇ ਕਹਿੰਦੇ ਅਕਾਲੀਆਂ ਦੇ ਭੇਜੇ ਹੋਏ ਆ, ਅਕਾਲੀ ਦਲ ਵਾਲੇ ਕਹਿੰਦੇ ਕਾਂਗਰਸ ਦੇ ਭੇਜੇ ਹੋਏ, ਆਮ ਆਦਮੀ ਪਾਰਟੀ ਵਾਲੇ ਦੂਜਿਆਂ ਤੇ ਰਲੇ ਹੋਣ ਦਾ ਇਲਜ਼ਾਮ ਲਾਉਂਦੇ ਨੇ। ਤਾਂ ਉਹ ਵਿਰੋਧ ਕਰਨ ਵਾਲੇ, ਸਵਾਲ ਪੁੱਛਣ ਵਾਲੇ ਹੈਗੇ ਕਿਸਾਨ ਹੀ ਆ। ਜੋ ਸਿਆਸੀ ਲੀਡਰ ਕਹਿ ਰਹੇ ਆ ਉਹ ਪੱਖ ਸਹੀ ਹੈ। ਦੇਖੋ, ਹੈ ਤਾਂ ਜਿਹੜੇ ਸਵਾਲ ਪੁੱਛਦੇ ਨੇ ਕਿਸਾਨ ਵੀ ਨੇ, ਪਰ ਆਮ ਜਨਤਾ ਵੀ ਹੈ। ਕੱਲਾ ਪੰਜਾਬ ਦੇ ਵਿੱਚ ਕੱਲਾ ਕਿਸਾਨ ਨਹੀਂ ਰਹਿੰਦਾ, ਹੋਰ ਵਰਗ ਵੀ ਬਹੁਤ ਰਹਿੰਦੇ ਨੇ। ਮਜ਼ਦੂਰ ਵਰਗ ਵੀ ਰਹਿੰਦਾ ਹੈ। ਰੋਟੀ ਖਾਣ ਵਾਲਾ ਹਰੇਕ ਵਰਗ ਆਪ ਦਾ ਸਵਾਲ ਪੁੱਛ ਰਿਹਾ। ਠੀਕ ਹੈ, ਉਹ ਗੱਲ ਵੱਖਰੀ ਕਿ ਅੱਜ ਦੀ ਡੇਟ 'ਚ ਜਿਹੜਾ ਸਾਡਾ ਕਿਸਾਨੀ ਝੰਡਾ ਬੜਾ ਪੋਪੂਲਰ ਹੋ ਗਿਆ, ਹਿੱਟ ਹੋ ਚੁੱਕਿਆ। ਹਰੇਕ ਕੋਈ ਕਿਸਾਨੀ ਝੰਡਾ ਚੱਕਦਾ ਤੇ ਵਿਰੋਧ ਕਰਨ ਲੱਗ ਜਾਂਦਾ। ਠੀਕ ਹੈ, ਅਸੀਂ ਮੰਨਦੇ ਹਾਂ ਕਿਤੇ ਕਿਸਾਨ ਵੀ ਹੈਗੇ ਨੇ, ਪਰ ਕਿਸਾਨਾਂ ਨਾਲੋਂ ਵੱਧ ਜਿਹੜੇ ਇਹ ਆਮ ਜਨਤਾ ਹੈ, ਆਮ ਜਨਤਾ ਦੇ ਵੀ ਸਵਾਲ ਨੇ। ਆਮ ਜਨਤਾ ਨੇ ਵੀ ਸਰਕਾਰ ਨੂੰ ਵੋਟਾਂ ਪਾਈਆਂ, ਇਕੱਲੇ ਕਿਸਾਨਾਂ ਨੇ ਵੋਟਾਂ ਨਹੀਂ ਪਾਈਆਂ। ਤੇ ਇਹ ਸਿਰਫ ਇੱਕ ਕਿਸਾਨ ਨੂੰ ਬਦਨਾਮ ਕਰਨ ਦੇ ਲਈ ਆਪ ਦਾ ਸਿਆਸੀ ਫੰਡਾ ਖੇਡਦੇ ਨੇ, ਹੋਰ ਕੁਝ ਨਹੀਂ ਹੈਗਾ। ਸੋ ਕਿਸਾਨ ਕਹਿ ਰਹੇ ਨੇ ਕਿ ਸਿਆਸੀ ਫੰਡਾ ਜਿਹੜਾ ਉਹ ਸਿਆਸੀ ਪਾਰਟੀਆਂ ਵੱਲੋਂ ਖੇਡਿਆ ਜਾ ਰਿਹਾ, ਕਿਉਂਕਿ ਵਿਧਾਨ ਸਭਾ ਚੋਣਾਂ ਨਜ਼ਦੀਕ ਨੇ। ਕਿਸਾਨੀ ਅੰਦੋਲਨ ਫਿਲਹਾਲ ਚੱਲ ਰਿਹਾ ਹੈਗਾ ਤੇ ਇਸੇ ਦੌਰਾਨ ਹੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਪਣੇ ਭਵਿੱਖ ਨੂੰ ਲੈ ਕੇ ਸੰਤੁਸ਼ਟ ਨਹੀਂ ਹੈਗੀਆਂ ਕਿ ਇਸ ਵਾਰ ਪੰਜਾਬ ਦਾ ਸਿਆਸੀ ਵਹਾਅ ਜਿਹੜਾ ਕਿਸ ਪਾਸੇ ਜਾਊਗਾ। ਪਰ ਨਾਲੋਂ ਨਾਲ ਪੰਜਾਬ ਸਰਕਾਰ ਵੀ ਖੁਦ ਨੂੰ ਕਿਸਾਨ ਪੱਖੀ ਕਹਿੰਦੀ ਹੈ। ਕਿਸਾਨਾਂ ਨਾਲ ਕੁਝ ਹੋਰ ਮੁੱਦਿਆਂ ਤੇ ਵੀ ਗੱਲਬਾਤ ਕਰਦੇ ਆ। ਗੰਨਾ ਕਿਸਾਨਾਂ ਦਾ ਮਸਲਾ ਸੀਗਾ ਤਾਂ 360 ਰੁਪਏ ਭਾਅ ਦਿੱਤਾ ਗਿਆ, ਧਰਨੇ ਤੋਂ ਬਾਅਦ ਦਿੱਤਾ ਗਿਆ। ਤਾਂ ਉਹਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਨੂੰ ਕਹਿ ਰਹੇ ਨੇ ਕਿ ਅਸੀਂ ਕਿਸਾਨ ਹਿਤੈਸ਼ੀ ਆ, ਕਿਸਾਨਾਂ ਦੇ ਨਾਲ ਖੜੇ ਸੀ, ਕਿਸਾਨਾਂ ਦੇ ਨਾਲ ਜਿਹੜੇ ਉਹ ਖੜੇ ਰਹਾਂਗੇ। ਉਹ ਕੈਪਟਨ ਅਮਰਿੰਦਰ ਸਿੰਘ ਕਿੱਧਰ ਦੇ ਸਿਆਸੀ ਹੈ ਕਿਸਾਨਾਂ ਦਾ? ਦੱਸੋ ਪਹਿਲਾਂ। ਇਹਨੇ ਨੇ 13-14 ਵਾਅਦੇ ਕਰੇ ਪਬਲਿਕ ਨਾਲ, ਝੂਠ ਬੋਲ ਕੇ ਰਾਜ ਬਣਾਇਆ, ਵਾਅਦਾ ਇੱਕ ਵੀ ਪੂਰਾ ਨਹੀਂ ਕਰਿਆ। ਕਿੱਧਰ ਦੇ ਸਿਆਸੀਆਂ ਦੱਸੋ? ਕੋਈ ਕਿਸੇ ਕਿਸਮ ਕੇ ਹੈ ਤਾਂ ਅਸੀਂ ਇਹਨਾਂ ਦਾ ਆਪਣੀ ਹੁਣ ਲੜਾਈ ਉਹ ਨਹੀਂ ਮੁੱਕਦੀ। ਸਾਡਾ ਕਿਆ ਲਾਭ ਚਾਵੇਂ ਕਿਸਾਨਾਂ ਦਾ? ਕਿਸੇ ਕੇ 2 ਏਕੜ ਵਾਲੇ ਕੇ 20,000 30,000 ਇਹ ਕਰਜ਼ਾ ਮਾਫੀ ਕਰੀ। ਜਿਨ੍ਹਾਂ ਕਿ ਨਹੀਂ 5-5 ਲੱਖ ਕਰਿਆ ਉਹਨਾਂ ਨੂੰ ਛੇੜੀ। ਕਿਹਾ ਤਾਂ ਮੈਂ ਆੜਤੀਆਂ ਸਮੇਤ, ਜੇ ਮੇਰੀ ਸਰਕਾਰ ਆ ਗਈ ਆੜਤੀ ਸਮੇਤ ਮੈਂ ਸਾਰਾ ਕਰਜ਼ਾ ਮਾਫ ਕਰੇਗਾ। ਦੱਸੋ ਹੁਣ ਤੁਹਾਨੂੰ ਪਤਾ ਹੀ ਹੈ ਪ੍ਰੈਸ ਵਾਲਿਆਂ ਨੂੰ ਵੀ ਕਿੰਨਾ ਕੁ ਕਰਿਆ ਕਿੰਨਾ ਕੁ ਨਹੀਂ। ਕਿਤੇ ਦੇ ਕਿਸਾਨਾਂ ਦਾ ਸੀ ਇਹ। ਸਰਕਾਰਾਂ ਤਾਂ ਝੂਠ ਬੋਲ ਕੇ ਰਾਜ ਕਰਦੀਆਂ ਨੇ। ਮੋਦੀ ਨੇ ਵੀ ਸਾਡੇ ਨਾਲ ਵਾਅਦਾ ਕਰਿਆ ਤਾ, ਰਾਜਨਾਥ ਸਿੰਘ ਨੇ, ਵੀ ਸਾਡੀ ਸਰਕਾਰ ਬਣਾਓ, ਅਸੀਂ ਤੁਹਾਡੀ
स्वामीनाथ कमीशन की रिपोर्ट लागू करेंगे। जे स्वामीनाथ कमीशन की रिपोर्ट लागू करते किसान इतने सड़कों ते ना रुलदा, वो सानू बहुत बड़ा लाभ पहुंचता, लेकिन नीरा झूठ बोल के उन्होंने दोबारा फिर सरकार बना ली। ये तो लोग सियासी झूठ बोलते हैं, साडे गल कोई नहीं, साडे गल तो वो परमात्मा ही आसरा बचनी, असीं हो साडे गल सियासी बंदा कोई नहीं। ਸਵਾਮੀਨਾਥਨ ਰਿਪੋਰਟ ਦਾ ਜ਼ਿਕਰ ਤੁਸੀਂ ਕੀਤਾ। ਮੋਦੀ ਸਰਕਾਰ ਬੇਸ਼ੱਕ ਅਦਾਲਤ ਦੇ ਵਿੱਚ ਕਹਿੰਦੀ ਹੈ ਕਿ C2 ਦੇ ਫਾਰਮੂਲੇ ਨਾਲ ਲਾਗੂ ਨਹੀਂ ਹੋ ਸਕਦੀ ਸਵਾਮੀਨਾਥਨ ਰਿਪੋਰਟ, ਪਰ ਨਾਲੋਂ ਨਾਲ ਉਹ ਦਾਅਵਾ ਕਰਦੇ ਆ ਕਿ ਅਸੀਂ ਤਾਂ ਕਿਸਾਨ ਨਿਧੀ ਯੋਜਨਾ ਚਲਾਈ, 2-2 ਹਜ਼ਾਰ ਰੁਪਈਆ ਵੀ ਦਿੱਤਾ, ਸਬਸਿਡੀ ਖਾਦ ਤੇ ਜਾਰੀ ਰੱਖੀ ਤੇ ਸਵਾਮੀਨਾਥਨ ਰਿਪੋਰਟ ਤਾਂ ਅਸੀਂ ਲਾਗੂ ਕਰਤੀ। ਸਾਡੀ ਸਰਕਾਰ ਦੇ ਵਿੱਚ ਤਾਂ ਰਿਕਾਰਡ ਤੋੜ ਭਾਅ ਵਧੇ ਨੇ। ਉਹ ਕਹਿੰਦੇ देखो जी 80,000 किसान हैं, 80 करोड़ किसान देश ਦੇ ਵਿੱਚ ਹੈ। 9,000 किसान ਨੂੰ ਇਹ 2,000 ਰੁਪਇਆ ਲਾਇਆ ਇਹਨੇ ਸਾਰੇ ਦੇਸ਼ 'ਚ। ਕਿੱਧਰ ਦੇ ਕਿਸਾਨ ਅਸੈਸੀ ਹੈ ਦੱਸੋ ਮੈਨੂੰ? ਕੋਈ ਇਹਦਾ ਕੋਈ ਜਿਹੜਾ ਮਸਲਾ ਸਾਰਾ ਝੂਠ ਹੈ। 9,000 ਕਿੱਥੇ, 80 ਕਰੋੜ 80 ਕਰੋੜ ਕਿਸਾਨ ਹੈ ਜਿਹੜਾ ਦੇਸ਼ ਦੇ ਵਿੱਚ, ਜਿਹੜਾ ਖੇਤੀ ਨਾਲ ਸੰਬੰਧਿਤ ਹੈ। ਕੋਈ ਇਹ ਇਕੱਲਾ ਕਿਸਾਨ ਨਹੀਂ, ਕਿਸੇ ਵੀ ਜਾਤੀ ਨਾਲ ਸੰਬੰਧਿਤ ਹੈ, ਕਿਸਾਨੀ ਨਾਲ ਸੰਬੰਧਿਤ ਹੈ। ਉਹ ਸਿਰਫ 9 ਕਰੋੜ ਬੰਦੇ ਨੂੰ ਇਹਨਾਂ ਨੇ 2,000 ਰੁਪਇਆ ਲਾਇਆ, ਉਹਦੇ ਮੈਂ ਵੀ ਹੁਣ ਛਾਣਬੀਣ ਕਰਕੇ ਕੱਟ ਰਿਹਾ ਹੈ। ਇਹ ਕੋਈ ਇੱਕੋ ਕਹਿੰਦੇ ਫਸਲਾਂ ਦੇ ਭਾਅ ਅਸੀਂ ਵਧਾਏ ਆ ਰਿਕਾਰਡ ਤੋੜ ਪਿਛਲੀਆਂ। ਕਿਹੜਾ ਦੱਸੋ ਜੀ ਕਿ 50 ਰੁਪਏ ਵਧਾ ਦੇ, 30 ਰੁਪਏ ਵਧਾ ਦੇ, 40 ਰੁਪਏ ਐਤਕੀ ਵੀ 60 ਰੁਪਏ ਵਧਾਇਆ। 60 ਵਧਾ ਕੇ ਸੁਣੋ ਹੋਰ ਨਵੀਂ ਖਬਰ ਲਾ ਦੀ, 17 ਮੁਕਤ ਤੇ 16 ਕਰ ਦਿਆ। 16 ਦੇ ਸੈਲਰ ਵਾਲਿਆਂ ਦਾ ਟੋਟਾ 5% ਹੋਰ ਘਟਾ ਦਿਆ। ਉਹ ਸੈਲਰ ਵਾਲੇ ਕਹਿੰਦੇ ਚੱਕੇ ਜੀਰੀ, ਉਹਦਾ 15-14 ਚੱਕੇ, 15-14 ਜ਼ਿਆਦਾ ਹੁੰਦੀ ਹੈ ਜੇ ਅਸੀਂ ਹੱਥਾਂ ਨਾਲ ਕੱਟੀ। ਕਿੱਧਰ ਦੇ ਕਿਸਾਨ ਸਿਆਸੀ ਹੋ ਗਏ ਦੱਸੋ? ਇਹਦਾ ਸਾਰੇ ਜੀ ਸਿਆਸੀ ਬੰਦੇ ਝੂਠ ਬੋਲ ਕੇ ਰਾਜ ਕਰਨਾ ਇਹਨਾਂ ਦਾ। ਅਸੀਂ ਭੋਲੇ ਵਾਲੇ ਲੋਕ, ਇਹਦਾ ਰਾਜ ਤਾਂ ਰਹੀ ਨਹੀਂ, ਲੁੱਟ ਹੈ। ਇਹਦਾ ਲੁੱਟ ਪਰ ਆ ਗਏ। ਇੱਕ ਅਵਾਨੀ ਡਰਾਨੀ ਨੂੰ ਸਾਰੇ ਦੇਸ਼ ਨੂੰ ਦੇਣੇ ਵਾਸਤੇ ਇਹਨਾਂ ਨੇ ਕੁਰਬਾਨੀ ਦੇ ਦਿੱਤੀ, ਅਵਾਨੀ ਡਰਾਨੀ ਵਾਸਤੇ। ਨਵੀਂ ਗੱਲ ਸੁਣ ਲਓ ਜੀ, ਸਰੋਂ ਇਹਨਾਂ ਨੇ ਪਿਛਲੇ ਸਾਲ ਸਰੋਂ ਇਹਨਾਂ ਨੇ ਖਰੀਦ ਲਈ ਅਵਾਨੀ ਡਾਨੀ ਨੇ ਵਪਾਰੀ ਤੋਂ। ਅਵਾਨੀ ਡਾਨੀ ਨੇ ਖਰੀਦ ਕੇ ਸਟਾਕ ਕਰ ਲਿਆ। ਐਤਕੀ ਤੁਹਾਡਾ 200 ਰੁਪਏ ਲੀਟਰ ਤੇਲ ਸਾਨੂੰ ਇਹ ਅਵਾਨੀ ਡਾਨੀ ਦੀ ਕੁਰਬਾਨੀ ਹੈ ਜਿਹੜਾ ਵਿਕ ਰਿਹਾ। ਸਾਨੂੰ 3000 ਰੁਪਏ ਰੇਟ ਦਿਆ, ਉਹ 3000 ਨੂੰ ਖਰੀਦ ਕੇ ਰੋਕ ਕੇ 200 ਰੁਪਏ ਲੀਟਰ ਤੇਲ ਕਰ ਦਿਆ ਇਹਨਾਂ ਨੇ ਕਿ ਸਰੋਂ ਮਿਲਦੀ ਨਹੀਂ। ਸਰੋਂ ਇੱਕੇ ਪਰਿਵਾਰ ਪਾ ਹੈ ਹੀ ਨਹੀਂ। ਅੱਗੇ ਨੂੰ ਅਸੀਂ ਕਿਸਾਨ ਬੀਜ ਦੇਂਗੇ ਫਿਰ ਉਹੀ ਮੰਦਾ। ਇਹ ਹਾਲ ਹੀ ਨਾ ਗਾ। ਕਿੱਧਰ ਦੇ ਦੱਸੋ ਮੈਨੂੰ, ਇਹ ਕਿੱਧਰ ਅਸੀਂ ਕਿਸਾਨ? APMC ਐਕਟ ਦੀ ਚਰਚਾ ਹੁੰਦੀ ਹੈ ਕਿ APMC ਐਕਟ ਖਤਮ ਕਰਕੇ ਸਰਕਾਰੀ ਮੰਡੀਆਂ ਖਤਮ ਕੀਤੀਆਂ ਜਾਣਗੀਆਂ, ਪਰ ਪਿਛਲੇ ਦਿਨੀ ਸਰਕਾਰ ਨੇ ਕਿਹਾ ਕਿ ਅਸੀਂ ਤਾਂ ਦੇਖੋ ਪੈਕੇਜ ਦਿੱਤਾ ਸਰਕਾਰੀ ਮੰਡੀਆਂ ਦੀ ਮਜ਼ਬੂਤੀ ਲਈ। ਸਰਕਾਰੀ ਮੰਡੀ ਤਾਂ ਜਿਹੜੀ ਉਹ ਖਤਮ ਹੀ ਨਹੀਂ ਕੀਤੀ ਜਾਊਗੀ। ਕਿਸਾਨਾਂ ਦੇ ਸ਼ੰਕੇ ਨੇ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਨਹੀਂ, ਇਹਨਾਂ ਇਹ ਕਾਨੂੰਨਾਂ 'ਚ ਲਿਖੀ ਵੀ ਹੈ, ਕੱਲੀ ਸਾਡੇ ਲੀਡਰਾਂ ਨੇ ਇਹ ਜਿਹੜੀ ਮੰਡੀਆਂ ਖਤਮ ਕਰਨੀ, ਕੱਲੀ ਗੱਲ ਹੈ। ਇਹਨਾਂ ਨੂੰ ਸਮਝਾਈ ਹੈ 11 ਮੀਟਿੰਗਾਂ 'ਚ, ਇਹਨਾਂ ਨੇ 11 ਮੀਟਿੰਗਾਂ 'ਚ ਇਹ ਕਹਿੰਦੇ ਕਹੀਆਂ 11 ਮੀਟਿੰਗਾਂ 'ਚ। ਪਹਿਲਾਂ ਤਾਂ ਸਭ ਤੋਂ ਗੱਲ ਪਹਿਲਾਂ ਮੰਡੀਆਂ ਦੀ ਹੋਈ ਹੈ। ਜੇ ਮੰਡੀ ਖਤਮ ਹੋ ਗਈ ਤਾਂ ਖੁੱਲ੍ਹ ਹੋ ਗਈ ਵਪਾਰੀ ਨੂੰ। ਜਿੰਨਾ ਚਿਰ ਮੰਡੀ ਹੈ ਤਾਂ MSP ਕਾਇਮ ਹੈ। ਜੇ ਮੰਡੀਓ ਖਤਮ ਹੋ ਗਈ, MSP ਖਤਮ ਹੋ ਗਈ, ਤਾਂ ਖਤਮ ਹੋ ਗਈ, ਫਿਰ ਕੌਣ ਆਵੇਗਾ ਉੱਥੇ? ਤੁਸੀਂ ਕੀ ਕਹੋਗੇ ਇਹਦੇ ਤੇ? ਦੇਖੋ ਵੀਰ, ਮੈਂ ਦੱਸ ਦਿੰਦਾ, ਸਰਕਾਰ ਕਹਿੰਦੀ ਠੀਕ ਹੈ ਵੀ ਅਸੀਂ ਮੰਡੀਆਂ ਨਹੀਂ ਖਤਮ ਕਰਾਂਗੇ। ਮੈਂ ਦੱਸਦਾ ਕਿ ਮੰਡੀਆਂ ਕਿਵੇਂ ਖਤਮ ਹੋਣਗੀਆਂ। ਜਦੋਂ ਇਹਨਾਂ ਨੇ ਕਹਿਤਾ ਕਿ ਜੇ ਕਿਸਾਨ ਸਰਕਾਰੀ ਮੰਡੀ ਦੇ ਵਿੱਚ ਫਸਲ ਲੈ ਕੇ ਆਉਂਦਾ ਤਾਂ 7% ਉਹਨੂੰ ਟੈਕਸ ਪਊਗਾ। ਕਿਸਾਨ ਆਪਦਾ ਟੈਕਸ ਬਚਾਉਣ ਦੇ ਲਈ ਵਪਾਰੀ ਦੇ ਕੋਲ ਬਾਹਰ ਜਾਊਗਾ। ਇਹ ਹਮੇਸ਼ਾ ਹੋਊਗਾ। ਤੁਸੀਂ ਵੀ ਟੈਕਸ ਬਚਾਓਗੇ, ਮੈਂ ਵੀ ਬਚਾਊਂਗਾ। ਹਰੇਕ ਬੰਦਾ ਸੋਚਦਾ ਕਿ 4 ਪੈਸੇ ਮੈਨੂੰ ਵੱਧ ਬਚਣ। ਵਪਾਰੀ ਜਦੋਂ ਸਾਡੀ ਫਸਲ ਖਰੀਦੂਗਾ ਤਾਂ ਉਹਦੇ ਉੱਤੇ ਕੋਈ ਟੈਕਸ ਨਹੀਂ। ਇਹ ਇਹਨਾਂ ਦੇ ਕਾਨੂੰਨ ਦੇ ਵਿੱਚ ਲਿਖਿਆ ਹੋਇਆ। ਜਦੋਂ ਅਸੀਂ ਸਰਕਾਰੀ ਮੰਡੀਆਂ ਦੇ ਵਿੱਚ ਫਸਲ ਨਹੀਂ ਲੈ ਕੇ ਜਾਣਗੇ ਸਾਡੇ ਕਿਸਾਨ, ਹੌਲੀ ਹੌਲੀ ਜਿਹੜੇ ਉੱਥੇ ਆੜਤੀ ਬੈਠੇ ਨੇ ਉਹ ਆਪਦੇ ਸ਼ਟਰ ਲਾਉਣਗੇ, ਤਾਲੇ ਲਾਉਣਗੇ, ਆਪਦੇ ਘਰਾਂ ਨੂੰ ਲੱਗ ਜਾਣਗੇ। ਤੇ ਪ੍ਰਾਈਵੇਟ ਵਰਗੇ ਜਿਹੜਾ ਕੁਝ ਸਮੇਂ ਸਾਨੂੰ ਬੜਾ ਮਿੱਠਾ ਪਾਣੀ ਵੀ ਪੁੱਛਣਗੇ, ਚਾਹ ਵੀ ਪੁੱਛਣਗੇ, ਬੜਾ ਸਾਡੀ ਆਓ ਭਗਤ ਕਰਨਗੇ। ਉਸ ਤੋਂ ਬਾਅਦ ਜੋ ਹਾਲ ਸਾਡਾ ਗੰਨੇ ਦਾ ਹੁੰਦਾ ਉਹ ਹਾਲ ਸਾਡਾ ਕਣਕ ਤੇ ਜੀਰੀ ਦਾ ਹੋਇਆ ਕਰਨਾ। ਮੰਡੀਆਂ ਨੇ ਖਤਮ ਹੋ ਜਾਣਾ। ਸਰਕਾਰੀ ਸਕੂਲ ਹੁੰਦੇ ਸੀਗੇ ਹੁਣ ਹੈ ਨਹੀਂ, ਬੜੇ ਘੱਟ ਨੇ। ਪ੍ਰਾਈਵੇਟ ਸਕੂਲ ਆਏ, ਪ੍ਰਾਈਵੇਟ ਸਕੂਲਾਂ ਨੇ ਬੜੀ ਫੈਸਿਲਿਟੀਆਂ ਦਿੱਤੀਆਂ ਜੀ, ਸਾਨੂੰ ਬੜਾ ਸਮਾਰਟ ਬਣਾਇਆ, ਇੰਗਲਿਸ਼ ਸਿਖਾਵਾਂਗੇ ਜੀ, ਇਹ ਕਰਾਂਗੇ। ਉਸ ਤੋਂ ਬਾਅਦ ਅੱਜ ਤੁਸੀਂ ਪ੍ਰਾਈਵੇਟ ਸਕੂਲਾਂ ਦਾ ਹਾਲ ਦੇਖ ਲਓ। ਲੱਖ ਰੁਪਏ ਤੋਂ ਘੱਟ ਬੱਚੇ ਦੀ ਨਰਸਰੀ ਨਹੀਂ ਹੁੰਦੀ ਹੈਗੀ।
ਸਰਕਾਰੀ ਸਕੂਲ ਕਿੱਥੇ ਗਏ? ਬੰਦ ਦੀ ਤਗਾਤ ਤੇ ਹੋ ਗਏ ਨੇ। ਜੇ ਉਹਨਾਂ ਚ ਵਿੱਚ ਟਾਵੇਂ ਬਿਰਲੇ ਬੱਚੇ ਰਹਿ ਗਏ, ਫਿਰ ਸਿਰਫ ਭਈਆਂ ਦੇ ਬੱਚੇ ਰਹਿ ਗਏ ਨੇ ਜਿਹੜੇ ਪਰ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਇਸ ਵਾਰ ਪਹਿਲੇ ਨੰਬਰ ਤੇ ਆਏ ਆ, ਪੰਜਾਬ ਦੇ ਸਕੂਲ ਇਨਫਰਾਸਟ੍ਰਕਚਰ ਬਹੁਤ ਵਧੀਆ ਡਿਵੈਲਪ ਕੀਤਾ। ਕਰੋਨਾ ਕਰਕੇ ਪੇਪਰ ਹੋਏ ਨਹੀਂ ਹੈਗੇ ਵੀਰੇ, ਆਪਦੀ ਮਰਜ਼ੀ ਨਾਲ ਨੰਬਰ ਲਾਤੇ। ਜਦੋਂ ਕਲਾਸਾਂ ਚੱਲਦੀਆਂ ਨੇ ਉਦੋਂ ਪੰਜਾਬ ਪਹਿਲੇ ਨੰਬਰ ਤੇ ਕਿਉਂ ਨਹੀਂ ਆਉਂਦਾ? ਉਦੋਂ ਪੰਜਾਬ ਦਾ ਰਿਜ਼ਲਟ ਕਿੱਥੇ ਜਾਂਦਾ ਯਾਰ? ਜਦੋਂ ਐਤਕੀ ਹੁਣ ਕੋਵਿਡ ਕਰਕੇ ਪੇਪਰ ਹੋਏ ਨਹੀਂ ਹੈਗੇ, ਤੁਸੀਂ ਆਪਦੀ ਮਰਜ਼ੀ ਨਾਲ ਰਿਜ਼ਲਟ ਕੱਢਤੇ ਸਿਰਫ ਇੱਕ ਬੱਚੇ ਨੂੰ ਦਿਖਾਉਣ ਦੇ ਲਈ, ਕਿਉਂਕਿ 4 ਸਾਲਾਂ ਦੇ ਵਿੱਚ ਤੁਹਾਡੇ ਕੋਲ ਕੱਖ ਨਹੀਂ ਸੀਗਾ ਜਨਤਾ ਨੂੰ ਕੁਝ ਦਿਖਾਉਣ ਦੇ ਲਈ। ਤੁਸੀਂ ਸਿੱਖਿਆ ਲਈ ਕੀਤਾ ਕੀ ਹੈ ਮੈਨੂੰ ਇਹੀ ਦੱਸ ਦੇਣਾ। ਕਿਹੜਾ ਸਕੂਲ ਹੈ ਤੁਸੀਂ ਜਿਹੜਾ ਬਚਾ ਲਿਆ? ਕਿਹੜੇ ਟੀਚਰ ਨੇ ਤੁਸੀਂ ਜਿਹੜੇ ਭਰਤੀ ਕਰ ਲਏ? ਉਹ ਟੀਚਰ ਬੈਠੇ ਨੇ 6 ਮਹੀਨਿਆਂ ਤੋਂ ਧਰਨੇ ਤੇ ਬੈਠੇ ਨੇ, ਕਾਹਦੇ ਲਈ ਬੈਠੇ ਨੇ? ਜੇ ਸਰਕਾਰੀ ਸਕੂਲਾਂ ਦੇ ਵਿੱਚ ਪਬਲਿਕ ਹੋਵੇ, ਬੱਚਾ ਹੋਵੇ, ਤਾਂ ਉਹ ਟੀਚਰਾਂ ਕੋਲ ਬੱਚਿਆਂ ਨੂੰ ਪੜ੍ਹਾਉਣ ਤੋਂ ਬਿਨਾਂ ਧਰਨਾ ਲਾਉਣ ਦਾ ਸਮਾਂ ਨਾ ਹੋਵੇ। ਬੱਚਾ ਤਾਂ ਉੱਥੇ ਹੈ ਨਹੀਂ। ਕਿਹੜੇ ਪਾਸੋਂ ਉਹਨਾਂ ਨੇ ਕਹਤਾ ਕਿ ਉਹ ਫਸਟ ਆ ਗਏ ਨੇ? 35 ਤੋਂ 40 ਸਕੂਲ ਜਿਹੜੇ ਸਾਡੇ ਰਾਜਪੁਰੇ ਸਰਕਲ ਦੇ ਨੇ ਜਿਹੜੇ ਬੰਦ ਹੋ ਚੁੱਕੇ ਨੇ ਸਰਕਾਰੀ ਸਕੂਲ, ਸਿਰਫ ਗਿਣਤੀ ਦੇ 6-7 ਸਕੂਲ ਰਹਿ ਗਏ। ਕਿਹੜੇ ਪਾਸੋਂ ਮੈਨੂੰ ਦੱਸੋ ਤਾਂ ਸਹੀ। ਪ੍ਰਾਈਵੇਟ ਸਕੂਲਾਂ ਦੇ ਵਿੱਚ 95% ਬੱਚਾ ਤਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੈ। ਇਹ ਪਹਿਲੇ ਨੰਬਰ ਤੇ ਕਿਵੇਂ ਕਰ ਰਹੇ ਨੇ? ਮੈਨੂੰ ਇਹ ਤਾਂ ਸਮਝ ਹੀ ਨਹੀਂ ਆ ਰਹੀ ਨਾ। ਇਹ ਗੱਲ ਤੁਸੀਂ ਵੀ ਸਮਝਦੇ ਹੋ, ਪ੍ਰੈਸ ਮੀਡੀਆ ਬੜਾ ਚੰਗੀ ਤਰ੍ਹਾਂ ਸਮਝਦਾ ਇਹ ਗੱਲ ਨੂੰ। ਸੋ ਬਹੁਤ ਸਾਰੇ ਸਮਾਜਿਕ ਇਸ਼ੂ ਵੀ ਨੇ ਕਿਸਾਨਾਂ ਦੇ ਮੁੱਦਿਆਂ ਦੇ ਨਾਲ। ਸਿਆਸੀ ਪਾਰਟੀਆਂ ਵੱਲੋਂ ਵਾਅਦੇ ਕੀਤੇ ਜਾ ਰਹੇ ਆ। ਹੁਣ ਕੋਈ 10 ਰੁਪਏ ਸਸਤਾ ਡੀਜ਼ਲ ਦੇਣ ਦੀ ਗੱਲ ਕਰਦਾ ਹੈ, ਕੋਈ 300 ਯੂਨਿਟ ਮਾਫ ਕਰਨ ਦੀ, ਕੋਈ 400 ਯੂਨਿਟ ਮਾਫ ਕਰਨ ਦੀ, ਕਿਸਾਨਾਂ ਦੀ ਕਿਸਮਤ ਬਦਲਣ ਦੀ ਗੱਲ ਕਰਦੇ ਆ। ਪੰਜਾਬ ਵਿਧਾਨ ਸਭਾ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ। ਇਹਨਾਂ ਵਾਅਦਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਵਾਅਦੇ ਝੂਠੇ ਆ ਜੀ, ਕੋਈ ਵਾਅਦਾ ਪੂਰਾ ਨਹੀਂ ਕਰਦੇ। ਨਾ ਕਿ ਹੇਠਾਂ ਦੇਖਿਆ ਵੀ ਹਾਂ ਕਿਆ ਬਣ ਰਿਹਾ, ਕਿਸਾਨਾਂ ਗੱਲ ਕਿਆ ਬੀਤ ਰਹੀ ਹੈ। 10 ਰੁਪਏ ਦਾ ਡੀਜ਼ਲ ਸਾਡਾ 6 ਮਹੀਨੇ ਚ ਵੱਧ ਗਿਆ, ਇਹ ਤਾਂ ਦੇਖਦੇ ਹੀ ਨਹੀਂ। ਹੁਣ 5 ਸਾਲ ਬਾਅਦ ਗੰਨੇ ਦਾ ਰੇਟ ਵਧਾਇਆ, 17 ਰੁਪਏ ਸਾਲ ਦਾ ਰੇਟ ਵਧਿਆ, ਲੇਬਰ ਵੱਧ ਗਈ ਸਾਡੀ 3 ਹਿੱਸੇ ਜ਼ਿਆਦਾ ਗੰਨੇ ਕੀ। ਇਹ ਤਾਂ ਕਿਸਾਨਾਂ ਨੂੰ ਵੈਸੇ ਹੀ ਗਮਰਾਹ ਕਰੀ ਹਾਂ ਵੀ ਹਾਂ ਗੰਨੇ ਦਾ ਅਸੀਂ ਰੇਟ ਵਧਾ ਦਿਆ, ਉਹ ਕਰਦੇ ਉਹ ਕਰਦੇ ਆ। ਡੀਜ਼ਲ 6 ਮਹੀਨੇ ਚ 15 ਰੁਪਏ ਲੀਟਰ ਵੱਧ ਗਿਆ ਜੀ। ਦੱਸੋ ਕਿਹੜਾ ਰੇਟ ਲੋਲੀਪੋਪ ਦੇ ਰਹੇ ਨੇ? ਤਾਂ ਇੱਕ ਵੀ ਹਾਂ ਕਿਸਾਨ ਗਮਰਾਹ ਕਰਕੇ ਛੱਡਦੇ ਨੇ ਇਹਨਾਂ ਨੇ। ਕੋਈ ਨੇ ਸਾਨੂੰ ਸਬਸਿਡੀ ਨਹੀਂ ਦੇ ਰਹੇ, ਕੋਈ ਕੁਝ ਨਹੀਂ ਦੇ ਰਹੇ। ਇੱਕ ਇਹ ਵੀ ਚਰਚਾ ਚੱਲ ਰਹੀ ਹੈ, ਕੁਝ ਲੀਡਰ ਕਹਿ ਰਹੇ ਆ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਵੋਟਾਂ ਦੇ ਵਿੱਚ ਆਉਣਾ ਚਾਹੀਦਾ ਹੈ, ਚੋਣਾਂ ਖੁਦ ਲੜਨੀਆਂ ਚਾਹੀਦੀਆਂ। ਜੇ ਸੱਤਾ ਆਪਣੇ ਹੱਥ 'ਚ ਹੋਊਗੀ ਤਾਂ ਕਿਸਾਨ ਜਿਹੜੇ ਮਰਜ਼ੀ ਫੈਸਲੇ ਕਰੀ ਜਾਣ। ਦੇਖੋ ਜੀ, ਉਹਦਾ ਸੰਯੁਕਤ ਮੋਰਚੇ ਦਾ ਫੈਸਲਾ ਜੀ। ਇਹ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਅਜੇ ਇਲੈਕਸ਼ਨ ਨਹੀਂ ਲੜਨੀ ਜਿੰਨਾ ਚਿਰ ਸਾਡੇ ਕਾਨੂੰਨ ਰੱਦ ਨਹੀਂ ਹੁੰਦੇ। ਇਹਨਾਂ ਨੂੰ ਰੱਦ ਕਰਾ ਕੇ ਬਾਅਦ 'ਚ ਕੁਝ ਆਪਣੀ ਜਿਹੜੀ ਪਾਰਟੀ ਨੇ ਕਿਸੇ ਨੇ ਇਲੈਕਸ਼ਨ ਲੜਨਾ ਆਪਣਾ ਏਜੰਡਾ ਲਹਿਦਾ ਕਰ ਸਕਦਾ। ਸੰਯੁਕਤ ਮੋਰਚੇ ਦਾ ਇਹ ਨਿਸ਼ਾਨਾ ਨਹੀਂ ਵੀ ਅਸੀਂ ਇਲੈਕਸ਼ਨ ਲੜਨਾ। ਸਿਰਫ ਇੱਕ ਝਲੋਨੀ ਜਿਹੜਾ ਕਹਿੰਦਾ ਤਾਂ ਉਹ ਵੀ ਪਿੱਛੇ ਹਟ ਗਿਆ। ਪਰ ਕਿਸਾਨਾਂ ਦੀ ਨਿੱਜੀ ਰਾਏ ਕੀ ਹੈ ਕਿ ਸੰਘਰਸ਼ਾਂ ਦੇ ਜ਼ਰੀਏ ਮੰਗਾਂ ਪੂਰੀਆਂ ਕਰਾਈਆਂ ਜਾ ਸਕਦੀਆਂ, ਜਾਂ ਸੰਘਰਸ਼ਾਂ ਦੇ ਨਾਲ ਜੇ ਚੋਣ ਪ੍ਰਕਿਰਿਆ 'ਚ ਆਇਆ ਜਾਵੇ ਫਿਰ ਮੰਗਾਂ ਜਿਹੜੀਆਂ ਪੂਰੀਆਂ ਹੋ ਸਕਦੀਆਂ? ਦੇਖੋ, ਜਿਹੜਾ ਸਾਡਾ ਇਹ ਸੰਘਰਸ਼ ਪੂਰੇ ਪੀਕ ਤੇ ਚੱਲ ਰਿਹਾ, ਸਾਰਿਆਂ ਨੂੰ ਪਤਾ ਕਿ ਸੰਘਰਸ਼ ਸਾਡਾ ਇਕੱਲੇ ਪੰਜਾਬ ਦਾ ਨਹੀਂ, ਹਰਿਆਣੇ ਦਾ ਨਹੀਂ, ਪੂਰੇ ਵਰਲਡ ਦਾ ਇਹ ਸੰਘਰਸ਼ ਬਣ ਚੁੱਕਿਆ। ਫਿਲਹਾਲ ਜਿਹੜਾ ਸਾਡਾ ਫੋਕਸ ਮੇਨ ਹੈਗਾ ਉਹ ਦਿੱਲੀ ਧਰਨੇ ਦੇ ਉੱਤੇ ਹੈ। ਅਸੀਂ ਇਹ ਧਰਨਾ ਜਿੱਤ ਲਈਏ, ਉਸ ਤੋਂ ਬਾਅਦ ਅਸੀਂ ਸੋਚਾਂਗੇ ਨਵੰਬਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੈਠੂਗੀ, ਉਹਦੇ ਵਿੱਚ ਫੈਸਲਾ ਲਿਆ ਜਾਊਗਾ ਕਿ ਕਿਸਾਨਾਂ ਨੇ ਆਪ ਇਲੈਕਸ਼ਨ ਲੜਨੀ ਹੈ ਜਾਂ ਫਿਰ ਕਿਸੇ ਪਾਰਟੀ ਦਾ ਸਾਥ ਦੇਣਾ ਹੈ। ਇਹ ਨਵੰਬਰ ਦੇ ਵਿੱਚ ਇਹਦਾ ਫੈਸਲਾ ਕਰਿਆ ਜਾਊਗਾ। ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੋਊਗੀ ਅਸੀਂ ਉਹਦੇ ਉੱਤੇ ਫੁੱਲ ਚੜਾਵਾਂਗੇ। ਪਰ ਜਿੱਥੇ ਤੱਕ ਸਾਨੂੰ ਲੱਗਦਾ ਕਿ ਜਿਹੜਾ ਇਹ ਸੰਘਰਸ਼ ਹੈ ਇਹ ਅਸੀਂ ਧਰਨਿਆਂ ਰਾਹੀਂ ਜਿੱਤਾਂਗੇ, ਤੇ ਧਰਨਾ ਲੱਗ ਵੀ ਰਿਹਾ। ਅੱਜ ਤੁਸੀਂ ਦੇਖ ਰਹੇ ਹੋ ਇੱਥੇ ਵੀ ਠਾਠਾ ਮਾਰਦਾ ਇਕੱਠ ਹੈ। ਦਿੱਲੀ ਦੀ ਬਰੂਆਂ ਤੇ ਵੀ ਸਾਡਾ ਕਿਸਾਨ ਡਟਿਆ ਹੋਇਆ। ਧਰਨੇ ਰਾਹੀਂ ਅਸੀਂ ਇਹ ਜਿੱਤਾਂਗੇ। ਉਸ ਤੋਂ ਬਾਅਦ ਅਸੀਂ ਸੋਚਾਂਗੇ ਕਿ ਹਾਂ ਵੀ ਅਸੀਂ ਇਲੈਕਸ਼ਨ ਲੜਨੀ ਹੈ ਜਾਂ ਨਹੀਂ ਲੜਨੀ ਹੈ, ਬਾਅਦ ਦੀ ਨੀਤੀਆਂ ਨੇ। ਤੇ ਮਿਸ਼ਨ ਉੱਤਰਾਖੰਡ ਤੇ ਮਿਸ਼ਨ ਉੱਤਰ ਪ੍ਰਦੇਸ਼ ਜਿਹੜਾ ਹੈਗਾ ਕਿ ਪਹਿਲਾਂ ਪੱਛਮੀ ਬੰਗਾਲ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਕਿ ਭਾਜਪਾ ਨੂੰ ਵੋਟ ਨਾ ਕੀਤੀ ਜਾਵੇ। ਹੁਣ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਜਿਹੜੀ ਕਾਲ ਦਿੱਤੀ ਜਾ ਰਹੀ ਹੈ, ਸੇਮ ਕਾਲ ਹੋਊਗੀ ਜੀ। ਬੀਜੇਪੀ ਦਾ ਬਾਈਕਾਟ ਹੋਊਗਾ। ਬੀਜੇਪੀ ਤੋਂ ਬਿਨਾਂ ਤੁਸੀਂ ਕਿਸੇ ਵੀ ਪਾਰਟੀ ਨੂੰ ਜਿਹੜਾ ਹੈ ਵੋਟ ਪਾਓ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਪਰ ਬੀਜੇਪੀ ਦਾ ਪੂਰਨ ਤੌਰ ਤੋਂ ਬਾਈਕਾਟ ਵੈਸਟ ਬੰਗਾਲ 'ਚ ਕੀਤਾ ਸੀਗਾ, ਉਹੀ ਉੱਤਰਾਖੰਡ 'ਚ ਹੋਊਗਾ, ਉਹੀ ਯੂਪੀ 'ਚ ਹੋਊਗਾ। ਸਾਡਾ ਜਿਹੜਾ ਇਹ ਮਿੱਥਾ ਚੱਲਿਆ ਸੀਗਾ ਉਹ ਮਿੱਥਾ ਇਹ ਸੀਗਾ ਕਿ ਬੀਜੇਪੀ ਭਜਾਓ, ਦੇਸ਼ ਬਚਾਓ। ਕਿਉਂਕਿ ਇਹ ਜਿਹੜੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਤਾਂ ਇੱਕ ਨਾਂ ਦੀ ਹੈ, ਮੋਦੀ ਤੇ ਅਮਿਤ ਸ਼ਾਹ ਦੀ ਸਰਕਾਰ ਹੈ। ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਤੁਸੀਂ, ਨੈਸ਼ਨਲ ਮੀਡੀਆ ਤੇ ਚੱਲਦਾ ਦੇਖ ਲਿਓ ਜੀ, ਮੋਦੀ ਸਰਕਾਰ। ਬੀਜੇਪੀ ਦੀ ਤਾਂ ਸਰਕਾਰ ਹੈ ਹੀ ਨਹੀਂ, ਇਹ 2 ਬੰਦੇ ਸਰਕਾਰ ਚਲਾ ਰਹੇ ਨੇ। ਸਾਡਾ ਕਹਿਣ ਦਾ ਭਾਵ ਇਹ ਹੈ ਕਿ ਮੋਦੀ ਤੇ ਅਮਿਤ ਸ਼ਾਹ ਨੂੰ ਭਜਾਓ ਤੇ ਜਿਹੜਾ ਸਾਡਾ ਇੰਡੀਆ ਬਹੁਤ ਸੋਹਣੀ ਸਾਡੀ ਕੰਟਰੀ ਹੈ ਇਹਨੂੰ ਬਚਾਓ। ਇੱਕ ਚਰਚਾ ਇਹ ਵੀ ਚੱਲਦੀ ਹੈ ਕਿ ਜਦੋਂ ਕਿਸਾਨ ਕਹਿੰਦੇ ਆ ਕਿ ਭਾਜਪਾ ਨੂੰ ਵੋਟ ਨਾ ਦਿਓ ਤਾਂ ਇਨਡਾਇਰੈਕਟਲੀ ਜਿਹੜੀਆਂ ਪਾਰਟੀਆਂ ਆਪਸ਼ਨ ਦੇ ਤੌਰ ਤੇ ਬਚਦੀਆਂ ਨੇ, ਜੇ ਉਹਨਾਂ ਦੇ ਕਾਰਜਕਾਲ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਰਾਜ ਦੇ ਵਿੱਚ ਵੀ ਕਿਸਾਨ ਰੁਲਦੇ ਰਹੇ ਨੇ।
ਗੰਨਾ ਕਿਸਾਨਾਂ ਦਾ ਮਸਲਾ ਉੱਥੇ ਵੀ ਉਸੇ ਤਰ੍ਹਾਂ ਬਰਕਰਾਰ ਹੈ, ਐਮਐਸਪੀ ਪਹਿਲਾਂ ਵੀ ਉੱਥੇ ਨਹੀਂ ਮਿਲਦੀ ਸੀ, ਤਾਂ ਫਿਰ ਕਿਸਾਨਾਂ ਦਾ ਮਸਲਾ ਹੱਲ ਜਿਹੜਾ ਉਹ ਕਿਸ ਤਰ੍ਹਾਂ ਹੋਊਗਾ? ਸਾਡੀ ਜਿਹੜੀ ਹੈਗੀ ਆ ਸਿਆਸਤ ਨਾਲ ਲੜਾਈ ਆ। ਅਸੀਂ ਕਿਸੇ ਇੱਕ ਪਾਰਟੀ ਦਾ ਨਾਂ ਨਹੀਂ ਲੈਂਦੇ ਹੈਗੇ। ਠੀਕ ਹੈ, ਤੁਹਾਡੀ ਗੱਲ ਬਹੁਤ ਵਧੀਆ ਗੱਲ ਹੈ ਨਾ, ਕਿ ਸਾਡੇ ਨਾਲ ਸਾਰੀਆਂ ਸਰਕਾਰਾਂ ਨੇ ਸਮੇਂ-ਸਮੇਂ ਨਾਲ ਵਧੀਕੀਆਂ ਕੀਤੀਆਂ ਨੇ, ਬੜੀ ਮਾੜੀਆਂ ਸਾਡੇ ਨਾਲ ਹਰਕਤਾਂ ਕੀਤੀਆਂ ਨੇ, ਕਿਸਾਨ ਦੀ ਜ਼ਿੰਦਗੀ ਜਿਹੜੀ ਰੋਲ ਕੇ ਰੱਖੀ ਪਈ ਹੈ। ਪਰ ਅੱਜ ਦੀ ਡੇਟ 'ਚ ਸਾਡਾ ਜਿਹੜਾ ਮੁੱਖ ਟੀਚਾ ਹੈ ਬੀਜੇਪੀ ਦਾ, ਉਹ ਟੀਚਾ ਤਾਂ ਹੈ ਕਿਉਂਕਿ ਉਹਨਾਂ ਦੀ ਸੈਂਟਰ 'ਚ ਸਰਕਾਰ ਹੈ। ਜੇ ਉਹਨਾਂ ਨੂੰ ਥੱਲੋਂ ਢਾਲ ਲੱਗੂਗੀ, 2-4 ਜਗ੍ਹਾ ਤੋਂ ਹਾਰਨਗੇ, ਤਾਂ ਉਹ ਸਾਡੇ ਕਾਲੇ ਕਾਨੂੰਨ ਹੈ ਜਿਹੜੇ ਉਹ ਰੱਦ ਕਰਨਗੇ। ਜਿਸ ਕਰਕੇ ਸਾਡਾ ਸਿਰਫ ਤੇ ਸਿਰਫ ਅੱਜ ਦੀ ਡੇਟ ਦਾ ਜਿਹੜਾ ਟੀਚਾ ਉਹ ਬੀਜੇਪੀ ਦਾ ਹੈ ਕਿ ਬੀਜੇਪੀ ਨੂੰ ਹਰਾਓ। ਬਾਕੀ ਦਾ ਜਿਹੜੀ ਸਮੱਸਿਆ ਹੈ, ਤੁਸੀਂ ਇੰਨਾ ਚੀਜ਼ ਦੇਖ ਲਓ ਵੀਰੇ, ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਸਰਕਾਰਾਂ ਸੋਚ ਸਮਝ ਕੇ ਹੱਥ ਪਾਉਣਗੀਆਂ ਕਿਸਾਨ ਨੂੰ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਸਾਡੀ ਨੀਤੀ ਕੀ ਹੈ। ਜਿਹੜੇ ਇਹ ਪੰਜਾਬ ਦੇ ਵਿੱਚ ਤੁਸੀਂ ਹਾਲ ਦੇਖ ਰਹੇ ਹੋ, ਪੰਜਾਬ ਦੇ ਵਿੱਚ ਸਾਡਾ ਇਹੀ ਵਿਰੋਧ ਹੈ ਕਿ ਤੁਸੀਂ ਬੀਜੇਪੀ ਨੂੰ ਵੋਟ ਨਾ ਪਾਓ। ਠੀਕ ਹੈ, ਬਾਕੀ ਤੁਸੀਂ ਕਿਸੇ ਵੀ ਪਾਰਟੀ ਦਾ, ਅਸੀਂ ਇੱਕ ਪੱਖ ਨਹੀਂ ਲੈ ਕੇ ਚੱਲ ਰਹੇ ਵੀ ਤੁਸੀਂ ਕਿਸੇ ਇੱਕ ਪਾਰਟੀ ਨੂੰ ਵੋਟ ਪਾਓ। ਤੁਸੀਂ ਆਪ ਸਿਆਣੇ ਹੋ, ਲੋਕ ਆਪ ਸਿਆਣੇ ਨੇ, ਸੋਚ ਸਮਝ ਕੇ ਵੋਟ ਪਾਉਣ ਕਿ ਕਿਹਨੂੰ ਵੋਟ ਪਾਉਣੀ ਹੈ। ਨਾ ਸਾਡੇ ਨਾਲ ਕਦੇ ਕਾਂਗਰਸ ਨੇ ਚੰਗੀ ਕੀਤੀ ਹੈ, ਨਾ ਸਾਡੇ ਨਾਲ ਅਕਾਲੀਆਂ ਨੇ ਚੰਗੀ ਕੀਤੀ ਹੈ। ਆਪ ਨੂੰ ਹਲੇ ਕੋਈ ਮੌਕਾ ਨਹੀਂ ਮਿਲਿਆ, ਕੀਤੀ ਉਹਨਾਂ ਨੇ ਵੀ ਚੰਗੀ ਹੈ ਨਹੀਂ। ਦਿੱਲੀ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਬਿੱਲ ਆਪਣਾ ਪਾਸ ਕੀਤੇ ਨੇ। ਠੀਕ ਹੈ, ਸੋ ਸਮੇਂ ਨਾਲ ਹੈ, ਬਾਅਦ 'ਚ ਨਵੰਬਰ ਦੇ ਵਿੱਚ ਫੈਸਲਾ ਆ ਜਾਊਗਾ, ਉਸ 'ਚ ਦੇਖਿਆ ਜਾਊਗਾ। ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਹੋਊਗੀ, ਉਹਦੇ ਤੇ ਅਸੀਂ ਫੁੱਲ ਚੜਾਵਾਂਗੇ। ਹੋ ਸਕਦਾ ਕਿ ਕਿਸਾਨਾਂ ਦੀ ਆਪ ਦੀ ਪਾਰਟੀ ਬਣੇ, ਤਾਂ ਅਸੀਂ ਉਹਦੇ ਤੇ ਵੀ ਖੜੇ ਹਾਂ। ਜੇ ਕਿਸੇ ਪਾਰਟੀ ਦਾ ਸਾਥ ਦੇਣ ਨੂੰ ਕਹਿਣਗੇ ਸਾਡੇ ਸੰਯੁਕਤ ਕਿਸਾਨ ਮੋਰਚੇ ਦੀ ਕੋਲ, ਤਾਂ ਅਸੀਂ ਉਸ ਕੋਲ ਤੇ ਵੀ ਖੜੇ ਹਾਂ। ਤਾਂ ਜਿਹੜਾ 3 ਖੇਤੀ ਕਾਨੂੰਨ ਰੱਦ ਕਰਾਉਣ ਤੱਕ ਸੰਘਰਸ਼ ਜਿਹੜਾ ਕਿਸਾਨਾਂ ਦਾ ਇਸੇ ਤਰ੍ਹਾਂ ਜਾਰੀ ਰਹੂਗਾ? ਬਿਲਕੁਲ ਜਾਰੀ ਰਹੇਗਾ ਜੀ, ਚਾਹੇ ਸਨ 2024 ਆ ਜਾਏ ਜੀ, ਬਿਲਕੁਲ ਜਾਰੀ ਰਹੇਗਾ। ਕੋਈ ਪਰਵਾਹ ਨਹੀਂ ਹੈ, ਕੋਈ ਦਿੱਕਤ ਨਹੀਂ ਹੈਗੀ। ਇਹ ਧਰਨੇ ਕੀ ਸਰਕਾਰ ਬਣ ਗਈ ਬੀਜੇਪੀ, ਇਹ ਅਡਾਨੀ ਅਰਬਾਨੀ ਕੀ ਸਰਕਾਰ ਹੈ, ਇਹਨੂੰ ਕਿਸਾਨਾਂ ਕੋਈ ਦਰਦ ਨਹੀਂ ਹੈ। 600 ਸਾਡਾ ਸ਼ਹੀਦ ਹੋ ਗਿਆ ਕਿਸਾਨ, ਇਹ ਕਹਾਂ ਸਾਡੇ ਕੋਲ बायो डाटा नहीं है, सारे का डाटा गया भाई। इन्हें का मंत्री कोई लीडर कोई मर जाए उसके पीछे दौड़े फिर आई। किसानों का इसनों शहीद का दिखता नहीं है। 600 सिंह शहीद हो गया साडा किसान, सड़कों पर पै के तो दिखावे एक रात कट्टन का सही है बगैर एसी ते। ਜੇ ਕੋਈ ਚੰਗਾ ਸਮਝੌਤਾ ਹੁੰਦਾਗਾ ਉਹਦੇ ਤੇ ਕਿਸਾਨ ਮੰਨ ਸਕਦੇ ਨੇ, ਜਾਂ 3 ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਮੰਨਣਗੇ? ਦੇਖੋ ਜੀ, ਜਿਹੜੀ ਗੱਲ ਹੈ, ਇਹ ਮੇਨ ਤਾਂ ਮੁੱਦਾ ਸੰਯੁਕਤ ਮੋਰਚੇ ਦਾ, ਜਿਹੜੇ ਸਾਡੇ ਮੇਨ ਲੀਡਰ ਨੇ। ਪਰ ਸਾਡਾ ਜਿਹੜਾ ਮੇਨ ਸਾਡੀ ਨੀਚੇ ਤੇ ਰਹਿ ਸੰਯੁਕਤ ਮੋਰਚੇ ਨੇ ਲਈ ਤੀ, ਉਹ ਉਹਨਾਂ ਕੀ ਰਹਿ ਇਹ ਤੀ ਵੀ 70% ਲੋਕਾਂ ਦੀ ਵੀ ਇਹ ਰੱਦ ਕਰਾਏ ਬਿਨਾਂ ਆਪਾਂ ਨੇ ਜਾਣਾ ਨਹੀਂ, ਹੋਰ ਕਿਤੇ ਜਗ੍ਹਾ ਮੰਨਣੀ। ਸੋ ਇਹ ਸਨ ਕਿਸਾਨ। ਤੁਹਾਨੂੰ ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾ ਦਿੰਦੇ ਆ ਕਿ ਨੈਸ਼ਨਲ ਕਨਵੈਨਸ਼ਨ ਜਿਹੜੀ ਸਿੰਘੂ ਤੇ ਟਿੱਕਰੀ ਬਾਰਡਰ ਤੇ ਵੀ ਚੱਲ ਰਹੀ ਹੈ, ਨਾਲੋਂ ਨਾਲ ਭਾਰਤ ਪੰਜਾਬ ਰਾਜਧਾਨੀ ਚੰਡੀਗੜ੍ਹ ਅਤੇ ਬਾਕੀ ਹਿੱਸਿਆਂ ਦੇ ਵਿੱਚ ਵੀ ਕਿਸਾਨਾਂ ਵੱਲੋਂ ਰੈਲੀਆਂ ਤੇ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਨੇ, ਜਿੱਥੇ ਕਿ 3 ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਸੁਨੇਹਾ ਜਿਹੜਾ ਹੈ ਉਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਤੇ ਇਕਜੁੱਟਤਾ ਦਾ ਪ੍ਰਗਟਾਵਾ ਦੁਬਾਰਾ ਤੋਂ ਕੀਤਾ ਜਾ ਰਿਹਾ। ਸੋ ਫਿਲਹਾਲ ਸਰਕਾਰ ਤੇ ਕਿਸਾਨਾਂ ਦਰਮਿਆਨ ਗੱਲਬਾਤ ਟੁੱਟੀ ਹੋਈ ਹੈ, ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਕਿਸਾਨ 2024 ਤੱਕ ਵੀ ਆਪਣਾ ਅੰਦੋਲਨ ਚਲਾਉਣ ਦੇ ਲਈ ਤਿਆਰ ਬੈਠੇ ਨੇ। ਕੈਮਰਾਮੈਨ ਜੋਬਨ ਦੇ ਨਾਲ ਅਰਸ਼ਦੀਪ ਸਿੰਘ, ਚੰਡੀਗੜ੍ਹ।